से प्यारा यीशु नाम, यीशु नाम। सारे जग से प्यारा यीशु नाम, यीशु नाम। सारे जग से प्यारा यीशु नाम, यीशु नाम। ਅੱਜ ਦਾ ਸਾਡਾ ਵਿਸ਼ਾ ਆ ਦੁਨੀਆ ਆਸ਼ੀਸ਼ ਜਾਂ ਬਰਕਤ ਨੂੰ ਲੱਭ ਰਹੀ ਹੈ। ਇਹ ਦੁਨੀਆ ਕੀ ਕਰ ਰਹੀ ਹੈ? ਬੋਲੋ। ਆਸ਼ੀਸ਼ਾਂ ਤੇ ਬਰਕਤਾਂ ਨੂੰ ਲੱਭ ਰਹੀ ਹੈ। ਪਰ ਮੇਰੇ ਪਿਆਰਿਓ, ਜਿੱਦਣ ਤੁਸੀਂ ਪ੍ਰਭੂ ਯੀਸ਼ੂ ਮਸੀਹ ਨੂੰ ਕਬੂਲ ਕੀਤਾ ਸੀ ਨਾ, ਉਦੋਂ ਤੁਹਾਨੂੰ ਉਦੋਂ ਹੀ ਪਰਮੇਸ਼ਰ ਨੇ ਕਈ ਸਾਰੀਆਂ ਆਸ਼ੀਸ਼ਾਂ ਤੇ ਬਰਕਤਾਂ ਦੇ ਨਾਲ ਨਵਾਜ਼ ਦਿੱਤਾ ਸੀ। ਉਦੋਂ ਹੀ ਤੁਹਾਨੂੰ ਬਹੁਤ ਸਾਰੀਆਂ ਆਸ਼ਾ ਦੇ ਦਿੱਤੀਆਂ ਸੀ, ਪਰ ਉਹ ਆਸ਼ਾ ਨੇ ਆਤਮਿਕ, ਉਹ ਆਸ਼ਾ ਆਤਮਿਕ ਹੋਣ ਦੇ ਕਾਰਨ ਸਾਨੂੰ ਦਿਖਾਈ ਨਹੀਂ ਦਿੰਦੀ ਤੇ ਅਸੀਂ ਸਰੀਰਕ ਆਸ਼ਾ ਦੇ ਪਿੱਛੇ ਦੌੜੇ ਫਿਰਦੇ ਹਾਂ। मेरे प्यारे, जेकर तुहानू पता लग जाए ना कि परमेश्वर ने सानू की दे दिता है, फिर कदे भी तुहाडा मुंह ओदे सामने कुछ मंगल नहीं ना खुले, बल्कि हर समय तुहाडा मुंह ओदी स्तुति ते आराधना दे खुले। पर अज वचन लिखिया ना, इस युग दे ईश्वर ने बेपरतीते लोकां दी की कर दित्तियां ने, अखां बंद कर दित्तियां। ओ देखदे होए अपने वेखणे ते सुनदे होए भी की ना कर दो। आज मेरे प्यारे, परमेश्वर ने सानू समा दिता कि असीं थोड़ी देर इस जगह ते बैठीए, ओदी स्तुति करिए, ओदी महिमा, ओदी वडियाई करिए और परमेश्वर दे महान वचनां नूं सीखीए, महान वचनां नूं जाणीए कि ये वचन सानू की कहिंदे ने, ये वचन सानू की सिखाउंदे ने। तो मेरे प्यारे, जदों असीं पहला पतरस ਉਹਦਾ ਇੱਕ ਅਧਿਆਇ 1 ਤੋਂ ਲੈ ਕੇ 12 ਤੱਕ ਅਸੀਂ ਪੜ੍ਹਦੇ ਆ ਨਾ, ਉੱਥੇ ਜਿੰਨੀਆਂ ਵੀ ਪਰਮੇਸ਼ਰ ਨੇ ਸਾਨੂੰ ਆਤਮਿਕ ਆਸ਼ਾ ਦਿੱਤੀਆਂ ਨੇ, ਉਹ ਸਭ ਪਵਿੱਤਰ ਆਤਮਾ ਨੇ ਉਸ ਜਗ੍ਹਾ ਤੇ ਦਰਜ ਕਰਵਾ ਦਿੱਤੀਆਂ ਨੇ। ਪਰ ਸਾਡੀ ਵੇਖਣ ਵਾਲੀ ਆਖੀ ਨਹੀਂ ਕਿ ਅਸੀਂ ਉਸ ਆਸ਼ੀਸ਼ ਨੂੰ ਜਿਹੜੀ ਆਲਰੇਡੀ ਹੀ ਪਰਮੇਸ਼ਰ ਨੇ ਸਾਨੂੰ ਦੇ ਦਿੱਤੀ ਆ, ਅਸੀਂ ਉਹਨੂੰ ਵੇਖ ਸਕੀਏ। ਤਾਂ ਇਹ ਪੜ੍ਹਦੇ ਆ ਸਭ ਤੋਂ ਪਹਿਲਾਂ पहली आशीष, पहला पतरस 1 बाब ਉਹਦਾ 2 वचन। हालेलुया। ਜਿਹੜੇ ਪਿਤਾ ਪਰਮੇਸ਼ਵਰ ਦੇ ਅਗੇਤਰੇ ਗਿਆਨ ਦੇ ਅਨੁਸਾਰ ਆਤਮਾ ਤੋਂ ਪਵਿੱਤਰ ਹੋਣ ਨਾਲ ਚੁਣੇ ਹੋਏ ਹਨ, ਭਈ ਆਗਿਆਕਾਰ ਹੋਣ। ਅਤੇ ਹਿੰਦੀ ਚ ਪੜ੍ਹਦੀ ਹੈ, ਹਿੰਦੀ ਚ ਪੜ੍ਹਦੀ। और परमेश्वर पिता के विवेक ज्ञान के अनुसार आत्मा के पवित्र करने के द्वारा आज्ञा मानने और यीशु मसीह के लहू के छिड़कने जाने के लिए चुने गए हैं। असी की कीते गए हैं जी? दोबारा पढ़िए, पढ़ेगी लाइन में। और परमेश्वर पिता के विवेक ज्ञान के अनुसार, पवित्र परमेश्वर दे भविख ज्ञान दे, या पंजाबी च लिखिया गेतरे ज्ञान के अनुसार। ਇਹ ਅਗੇਤਰਾ ਗਿਆਨ ਕੀ ਤੁਸੀਂ ਸਭ ਜਾਣਦੇ ਹੋ, ਪਰਮੇਸ਼ਰ ਆਉਣ ਵਾਲੀਆਂ ਗੱਲਾਂ ਨੂੰ ਕੀ ਕਰਦਾ ਹੈ, ਸਾਡੇ ਜੀਵਨ 'ਚ ਬੀਤੀਆਂ ਔਰ ਬੀਤਣ ਵਾਲੀਆਂ ਗੱਲਾਂ ਨੂੰ ਕੀ ਕਰਦਾ ਹੈ। ਉਹਨੂੰ ਪਤਾ ਸੀ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਕੀ ਚਾਹੀਦਾ ਆ। ਅੱਜ ਦੁਨੀਆ ਕਹਿੰਦੀ ਆ ਅੰਤ ਦਾ ਸਮਾਂ ਚੱਲ ਰਿਹਾ, ਆਖਰੀ ਸਮਾਂ ਚੱਲ ਰਿਹਾ ਹੈ, ਤਾਂ ਆਖਰੀ ਸਮੇਂ 'ਚ ਕੀ ਚਾਹੀਦਾ ਸਾਨੂੰ ਜੀ? बोला बोला फिल्मां तुसीं सारे ने वेखी होणगी, वेखी ना कदे कदे फिल्म वेखी है ना। ये सब लाड मलार या खुशी या सब चाह मलांग फिल्म की शुरुआत होंदे सी। कदे किसी ने एंड वेखी फिल्मां दा? एंड की हुंदा सी? ਹੁਣ ਤੇ ਤੁਸੀਂ ਆਉਂ ਬਹਿ ਗਈ ਸਰ, ਕਦੀ ਕਿਸੇ ਨੇ ਫਿਲਮ ਵੇਖੀ? ਐਂਡ ਕਿਸ ਤਰ੍ਹਾਂ ਹੁੰਦਾ ਸੀ ਜੀ?
ਸਿਰ ਧੜ ਦੀ ਲੜਾਈ। ਕਿਹੜੀ ਲੜਾਈ ਚੱਲਦੀ ਸੀ? ਇੱਕ ਪਾਸੇ ਅਸੀਂ ਆਪ ਹੀ ਪ੍ਰਾਰਥਨਾ ਕਰਦੇ ਪ੍ਰਭੂ ਆਖਰੀ ਦਿਨ ਨੇ, ਤੇ ਆਖਰੀ ਦਿਨਾਂ 'ਚ ਵੀ ਪਹਿਲੇ ਕਮਾਲਾ ਹੀ ਹਾਲ ਆ। ਕਿੰਨਾ ਦੇ ਬੱਚੇ ਨੇ ਜੀ? ਫੜੋ, ਪਾਸਟਰਾਂ ਦੇ ਬੱਚੇ ਲੱਗਦੇ ਮੈਨੂੰ। ਬੱਚੇ ਆਪਣੇ ਨੂੰ ਕੰਟਰੋਲ ਕਰੋ ਜੀ ਭੈਣ ਜੀ, ਇਹ ਪਰਮੇਸ਼ਰ ਦੀ ਪਵਿੱਤਰ ਹਜ਼ੂਰੀ ਆ। ਹਾਲੇਲੂਇਆ। ਕਿਹੜਾ ਸਮਾਂ ਹੈ? ਇਹ ਸਮੇਂ ਦੇ ਵਿੱਚ ਮੇਰੇ ਪਿਆਰ ਹੋ ਜੇਕਰ ਤੁਹਾਡੀਆਂ ਆਤਮਿਕ ਅੱਖਾਂ ਖੁੱਲੀਆਂ ਨੇ ਨਾ, ਤੁਹਾਨੂੰ ਆਸ਼ੀਸ਼ ਦੀ ਲੋੜ ਨਹੀਂ, ਤੁਹਾਨੂੰ ਕਿਸੇ ਬਰਕਤ ਦੀ ਲੋੜ ਨਹੀਂ, ਤੁਹਾਨੂੰ ਇੱਕ ਚੀਜ਼ ਦੀ ਲੋੜ ਆ ਕਿ ਉਹ ਜਿੰਦਾ ਯਹੋਵਾ ਮੈਨੂੰ ਬਸ ਕੀ ਕਰ ਲਵੇ? ਚੁਣ ਲਵੇ। ਉਹ ਚੁਣ ਲਵੇ ਕਿ ਜਦੋਂ ਉਹ ਆਏ ਮੈਂ ਉਹਦੇ ਨਾਲ ਕੀ ਕੀਤਾ ਜਾਵਾਂ। ਪਰ ਇਸ ਯੁੱਗ ਦੇ ਈਸ਼ਵਰ ਨੇ ਸਾਡੀਆਂ ਅੱਖਾਂ ਕੀ ਕਰ ਦਿੱਤੀਆਂ ਨੇ? ਸਮਝਾਈਏ ਜੀ। ਤੇ ਧੰਨਵਾਦ ਉਸ ਪਰਮੇਸ਼ਰ ਦਾ, ਉਹਨੇ ਸਾਨੂੰ ਕੀ ਕਰ ਲਿਆ ਆ? ਕਹਿੰਦਾ ਗੇਤਰੇ ਗਿਆਨ ਦੇ ਅਨੁਸਾਰ ਪਹਿਲਾਂ ਹੀ ਇਹਨੂੰ ਪਤਾ ਸੀ। ਅੱਜ ਇਸ ਵਚਨ ਦੁਆਰਾ ਸਾਨੂੰ ਕੀ ਕਹਿਣਾ ਚਾਹੁੰਦਾ ਹੈ? ਹੇ ਇਨਸਾਨ, ਤੂੰ ਚਿੰਤਾ ਨਾ ਕਰ, ਤੈਨੂੰ ਸਰੀਰਕ ਆਸ਼ੀਸ਼ ਦੀ ਲੋੜ ਨਹੀਂ ਆ, ਤੈਨੂੰ ਸਰੀਰਕ ਬਰਕਤ ਦੀ ਲੋੜ ਨਹੀਂ ਹੈ। ਜਿੰਨੀ ਚੀਜ਼ ਦੀ ਜ਼ਰੂਰਤ ਹੋਏਗੀ ਮੈਂ ਤੈਨੂੰ ਆਪੇ ਦੇ ਦਿਆਂਗਾ, ਜਿਹੜੀ ਵਸਤੂ ਥੋੜ ਹੋਏਗੀ ਮੈਂ ਆਪੇ ਪੂਰੀ ਕਰ ਦਿਆਂਗਾ। ਪਰ ਸਭ ਤੋਂ ਵੱਧ ਕੇ ਇਸ ਚੀਜ਼ ਤੇ ਧਿਆਨ ਦੇ ਕਿ ਮੈਂ ਤੈਨੂੰ ਚੁਣਨਾ ਆ। ਉਸ ਚੁਣਾਵ ਦੇ ਲਈ ਕੀ ਹੋ ਜਾ ਤੂੰ, ਕਿਉਂਕਿ ਜਦੋਂ ਮੈਂ ਆਵਾਂ ਤੂੰ ਮੇਰੇ ਨਾਲ ਕੀ ਕਰੇ। ਹਾਲੇਲੂਇਆ। ਅੰਤ ਦਾ ਸਮਾਂ ਚੱਲ ਰਿਹਾ ਆ। ਸਟਾਰਟਿੰਗ ਸਮੇਂ ਦੀਆਂ ਲੋੜਾਂ ਔਰ ਆਖਰੀ ਸਮੇਂ ਦੀ ਲੋੜਾਂ 'ਚ ਫਰਕ ਹੁੰਦਾ ਆ। ਕਲੀਸਿਆ ਦੇ ਸ਼ੁਰੂਆਤੀ ਦਿਨਾਂ ਦੀ ਦੌਰ ਕੁਝ ਹੋਰ ਹੁੰਦੇ ਨੇ ਤੇ ਕਲੀਸਿਆ ਦੇ ਅੰਤ ਦੇ ਦੌਰ ਕੀ ਹੁੰਦੇ ਨੇ। ਸੇਵਕ ਜਦੋਂ ਨਵੇਂ ਸੇਵਕ ਬਣੇ ਸੀ, ਪਤਰਸ ਔਰ ਯੂਹੰਨਾ ਚੇਲੇ, ਲੋਕ ਕੀ ਕਰਦੇ ਸੀ? ਉਹਨਾਂ ਦੀ ਇੱਜ਼ਤ ਕਰਦੇ ਸੀ, ਵਡਿਆਏ ਜਾਂਦੇ ਸੀ। ਆਖਰ ਕੀ ਹੋਇਆ? ਐਂਡ ਕੀ ਹੋਇਆ ਜੀ? ਐਂਡ ਕੋਈ ਕਤਲ ਕਰ ਦਿੱਤਾ ਗਿਆ, ਕੋਈ ਹੈਕਲ ਤੋਂ ਸੁੱਟਿਆ ਗਿਆ, ਕੋਈ ਕੜਾਏ 'ਚ ਪਾ ਦਿੱਤਾ ਗਿਆ, ਕੋਈ ਆਰਿਆਂ ਨਾਲ ਚੀਰਿਆ ਗਿਆ, ਤੇ ਕੋਈ ਨੂੰ ਪੁੱਠਾ ਸੂਲੀ ਦੇ ਕੀ ਕਰ ਦਿੱਤਾ ਗਿਆ। ਫਰਕ ਨੂੰ ਸਮਝੋ, ਸਮਿਆਂ ਦੀ ਪਹਿਚਾਣ ਕਰੋ। ਕਿਹੜਾ ਕੰਮ ਕਿਹੜੇ ਸਮੇਂ 'ਚ ਢੁਕਦਾ, ਸਾਨੂੰ ਜੇ ਇਹ ਨਹੀਂ ਆਉਂਦਾ ਤੇ ਅਸੀਂ ਸਭ ਤੋਂ ਮੂਰਖ ਹਾਂ। ਪਰਮੇਸ਼ਰ ਕਹਿੰਦਾ ਤੁਸੀਂ ਕਿਸ ਤਰ੍ਹਾਂ ਚੱਲਦੇ ਹੋ? ਬੁੱਧਵਾਨਾਂ ਵਾਂਗੂ ਕਿ ਮੂਰਖਾਂ ਵਾਂਗੂ? ਬੁੱਧਵਾਨ ਸਮਝਦਾ ਆ ਇਹ ਸਮਾਂ ਕਿਹੜਾ ਚੱਲ ਰਿਹਾ, ਕਿ ਸਮੇਂ ਦੇ ਅਨੁਸਾਰ ਚੱਲਣਾ। ਹੁਣ ਮੇਰੀਆਂ ਲੋੜਾਂ ਕੀ ਨੇ, ਹੁਣ ਮੇਰੀਆਂ ਜ਼ਰੂਰਤਾਂ ਕੀ ਨੇ? ਮੇਰੇ ਪਿਆਰਿਓ, ਪ੍ਰਭੂ ਯਿਸੂ ਮਸੀਹ ਨੇ ਜੋ ਆਪਣੇ ਆਉਣ ਦੇ ਸਮੇਂ ਕਹੇ ਸੀ, ਉਹ ਨਿਸ਼ਾਨੀਆਂ ਲਗਭਗ ਪੂਰੀਆਂ ਹੋ ਗਈਆਂ ਨੇ। ਕਿਹਦਾ ਥਾਂ ਥਾਂ ਕੀ ਆਉਣਗੇ? ਕੌਮਾਂ ਦੇ ਵਿਰੁੱਧ, ਦੇਸ਼ ਵਿਰੁੱਧ ਕੀ ਕਰੇਗਾ? ਮਹਾਮਾਰੀਆਂ ਕੀ ਕਰਨਗੀਆਂ? ਇੱਕ ਮਹਾਮਾਰੀ ਜੋ ਲੰਘ ਗਏ ਆ, ਦੂਸਰੀ ਆ ਰਹੀ ਜੇ। ਹੁਣ ਫੇਰ ਸ਼ਾਇਦ ਲਾਕਡਾਊਨ ਹੋ ਜਾਵੇ। ਇਹ ਕਿਹੜੀਆਂ ਨਿਸ਼ਾਨੀਆਂ ਸੀ? ਤੇ ਹਜੇ ਵੀ ਅਸੀਂ ਬਸ ਪਤਾ ਨਹੀਂ ਕਿਹੜੇ ਕੰਮਾਂ 'ਚ ਪਏ ਆ। ਸਾਨੂੰ ਆਸ਼ੀਸ਼ ਦੇ ਦੇ, ਸਾਨੂੰ ਬਰਕਤ ਦੇ ਦੇ, ਸਾਡਾ ਫਲਾਣਾ ਕੰਮ ਸਵਾਰ ਦੇ, ਸਾਡਾ ਟਮਕਾਣਾ ਕੰਮ ਸਵਾਰ ਦੇ। ਮੇਰੇ ਪਿਆਰਿਓ, ਪਹਿਲਾਂ ਆਪਣੀ ਰੂਹ ਦੇ ਕੰਮ ਨੂੰ ਤੇ ਸਵਾਰ ਲਓ। ਕਿੱਧਰ ਤੁਰ ਪਏ ਅਸੀਂ? ਕੋਈ ਕਸੂਰ ਨਹੀਂ, ਕਿਉਂਕਿ ਅਸੀਂ ਆਪਣਾ ਜੀਵਨ ਤੇ ਪਰਮੇਸ਼ਰ ਨੂੰ ਦਿੱਤਾ ਨਹੀਂ, ਅਸੀਂ ਤੇ ਆਪਣਾ ਜੀਵਨ ਉਹਨੂੰ ਦਿੱਤਾ ਸੀ ਜਿਹਨੇ ਸਾਡੀਆਂ ਅੱਖਾਂ ਕੀ ਕਰ ਦਿੱਤੀਆਂ ਹੋਈਆਂ ਨੇ। ਹਾਲੇਲੂਇਆ। ਉਹਨੇ ਸਾਨੂੰ ਚੁਣ ਲਿਆ ਜੇ। ਸਭ ਤੋਂ ਵੱਡੀ ਆਸ਼ੀਸ਼ ਕਿਹੜੀ ਮਿਲ ਗਈ ਆ? ਉਹਨੇ ਸਾਨੂੰ ਚੁਣ ਲਿਆ। ਜਿੱਦਣ ਉਹ ਆਏਗਾ ਅਸੀਂ ਉਹਦੇ ਨਾਲ ਕੀ ਕਰਾਂਗੇ? ਹਾਲੇਲੂਇਆ। ਇਸ ਤੋਂ ਵੱਡੀ ਆਸ਼ੀਸ਼ ਦੀ ਕੋਈ ਹੈ ਜ਼ਰੂਰਤ? ਇਸੇ ਦੇ ਉਡੀਕ 'ਚ ਨਾ ਤੁਸੀਂ ਅਸੀਂ ਚੁਣੇ ਜਾਈਓ, ਆਏ ਤਾਂ ਅਸੀਂ ਕੀ ਕਰੀਏ ਉਹਦੇ ਨਾਲ? ਹਾਲੇਲੂਇਆ। ਤੋਂ ਬਲਾਂ ਦੁਆ ਦੇ ਨਾਲ ਹਾਲੇਲੂਇਆ ਕਹਿ ਕੇ ਦੱਸੋ ਜਰਾ ਕਿੰਨੇ ਖੁਸ਼ ਹੋ ਤੁਸੀਂ? ਕਿਹੜੀ ਆਸ਼ੀਸ਼ ਮਿਲੀ ਤੁਹਾਨੂੰ? ਉਹਨੇ ਕੀ ਕਰ ਲਿਆ? ਤੁਹਾਨੂੰ ਚੁਣ ਲਿਆ। ਅੱਗੇ बढ़िए ਜੀ। 1 ਦੀ 3। ਮੁਬਾਰਕ ਹੈ ਸਾਡੇ ਪ੍ਰਭੂ ਯਿਸੂ ਮਸੀਹ ਦਾ ਪਰਮੇਸ਼ਵਰ ਅਤੇ ਪਿਤਾ, ਜਿਨੇ ਆਪਣੀ ਅੱਤ ਦਇਆ ਦੇ ਅਨੁਸਾਰ ਜਿਨੇ ਆਪਣੀ ਅੱਤ ਦੇ ਇੱਕ
कहती दया, पर साडे ते केड़ी दया होई सी ओदी? अत दया जिदा कोई माप नहीं आ, अत दया जिदा कोई तोल नहीं आ, उन्हें ऐसी दया साडे ते कर दित्ती आ जेड़ी कोई कर ही। हालेलुया ਹਾਲੇਲੂਇਆ। कहंदा उन्हें अपनी अत दया दे कारण हाँ ਯਿਸੂ ਮਸੀਹ ਦੇ ਮੁਰਦਿਆਂ ਵਿੱਚੋਂ ਜੀ ਉੱਠਣ ਦੇ ਕਾਰਨ ਹਾਂ। ਸਾਨੂੰ ਜਿਉਂਦੀ ਆਸ ਲਈ ਨਵੇਂ ਸਿਰਿਓਂ ਜਨਮ ਦਿੱਤਾ ਹੈ। सानू नवे सिरों की कर दिता उन्हें। हालेलुया। तुसी बीमारियों तो चंगे होना चाहते हो, तुसी परेशानियों तो चंगे होना चाहते हो, मेरे प्यारे परमेश्वर कहता है कोई बड़ी गल नहीं आ। सब तो बड़ी गल है तेरा जन्म हो जाए वो भी दोबारा नवे सिरों। ये तू 2 बार जन्म देगा, तू सिर्फ एक बार ही मरेगा। ये तू एक बार जन्मेगा ना, कितनी बार मरेगा। निकोदेमुस आया की कहंदा आके मैं स्वर्ग दे राज विच किस तरह प्रवेश कर सकदा? यीशु मसीह कहंदा मैं तेनू सच सच कहना, ये कर कोई नवे सिरों ना जन्मे वो परमेश्वर दे राज नूं की नहीं कर सकदा। ये कदी वो कहंदा हो सकदा है की कहंदा? कहंदा तो बड़ा औखा आ, पर परमेश्वर कहता मेरा जन्म देना जिहड़ा दूसरा जन्म मैं तुहानूं देना आ वो एक अलग तरीके दा है। ये तुसी सचमुच बदल गए हो, तुहाडा जे नवा जन्म हो गया है ते इहदे नालों वड्डी कोई आशीष ही मेरे प्यारे हो की कर। उन्हें साडी काया ही पलट दित्ती, उन्हें सानू नवा बना दिता। साडे पुराने काम उन्हें खत्म कर दिते, साडा पुराना सुभाव उन्हें खत्म करता, साडा पुराना जीवन उन्हें खत्म कर दिता। एकदम नवे सिरों नवा लुक करके दोबारा नवे सिरों की दे दिता सानू। पर हजे भी कई नवे जन्म दा हंगारा भरदे होए भी अजे भी कई पुराने जन्म च शरतियां मार रहे हैं। काम किहड़े ने मेरे प्यारे? नवा जन्मिया बंदा पुराने जीवन वाले काम नहीं जे करता, सीधी पहचान। जिहदा नवा जन्म हो चुका आ वो की नहीं करता। ते इहदे च तुसीं अपने आप को पहचान सकते हो मैनूं नवे जन्म की आशीष मिली है या नहीं मिली। नवे जन्म की आशीष है तुसीं नवे सिरे जन्म गए हो, तुसीं बिल्कुल नवे हो। हुण तुहाडीआं पुराणीआं आदतां, तुहाडा पुराना सुभाव, तुहाडी पुरानी जिंदगी वो तुहाडे नवे जीवन का मैच नहीं करती। तुहाडा बोल चाल बदल गया है, तुहाडा रहन सहन बदल गया है, तुहाडा जीवन बदल गया है, तुहाडा चाल चलन की हो गया है। मेरे प्यारे ऐसा काम जिहड़ा साडा चाल चलन बदल देवे, ऐसा काम जिहड़ा साडा जीवन बदल देवे, ऐसियां गल्लां जिहड़े सानू नवे सिरों जन्म दे देवे, ये चमत्कार नहीं तो की है? तुसीं किस चीज नूं चमत्कार मानदे हो? कि बीमार चंगा हो जाए चमत्कार? मेरे प्यारे ये चमत्कार नहीं है। चमत्कार ये है एक इंसान दा दोबारा की हो ते तुहाडा हो चुका है। जिन्हें अपना जीवन दिता तुहाडा की हो चुका। ये जिंदगी का तुहाडा सब तो बड़ा चमत्कार हो गया। एक चमत्कार होना बाकी आ, जिद्दण वो प्रभु आएगा तुसीं जिउंदे उठाए जाओगे। समझा रही है जी? पहला सानू उन्हें चुन लिया, फिर दूसरी आश दी सानू की करना उन्हें? साडी आदतां बदलतियां, साडा सुभाव बदलता, साडा जीवन बदलता, साडा चाल चलन बदलता, साडा सब कुछ इन्हें की कर दिता आ। एक नवा इंसान, एक नवी सृष्टि बना के मैनूं की कर दिता उन्हें। पहला साडी सूरत विगड़ी सी, असीं अपनी मर्जी नाल चलदे सी, अपने तरीके नाल चलदे सी, पर हुण जदों तो वो मेरे जीवन च आया, जदों तो यीशु मसीह ने मैनूं कबूल किया या मैं उन्हें कबूल किया, मेरे रहन का ढंग बदल गया, मेरे जीवन का ढंग बदल गया, मेरे खान पीन का ढंग की हो गया। नवा जीवन कित्थों साबित होता है? सब तो पहला तुहाडीआं आदतां बदलदियां ने, फिर तुहाडा जीवन बदलता है, तुहाडे कपड़े पाउण दा ढंग बदलदा, तुहाडे वाल वाहण दा ढंग बदलदा, तुहाडा जीवन जीण दा की बदलदा। फिर तुहाडा नमूना इस संसार तो नहीं, तुहाडे कपड़े पाउण दा, तुहाडे वाल वाहण दा, तुहाडे रहन सहन दा नमूना इस संसार तो नहीं हुंदा। फिर तुसीं जित्थों दे हो उत्थों दा की आ जी?
ਤੁਸੀਂ ਕਿੱਥੋਂ ਦੇ ਹੋ? ਫਿਰ ਤੁਹਾਡਾ ਸਭ ਕੁਝ ਕਿੱਥੋਂ ਕਿਹਦੇ ਵਰਗਾ ਹੋ ਜਾਂਦਾ? ਜੋ ਸਵਰਗੀ ਪਿਤਾ ਚਾਹੁੰਦਾ, ਜੋ ਸਵਰਗ ਦੇ ਵਿੱਚ ਹੁੰਦਾ ਆ, ਉਹ ਸਾਡੇ ਜੀਵਨਾਂ 'ਚ ਹੁੰਦਾ, ਕਿਉਂਕਿ ਅਸੀਂ ਉੱਥੋਂ ਦੇ ਹਾਂ। ਕਿੱਥੋਂ ਦੀ ਨਾਗਰਿਕਤਾ ਮਿਲ ਜਾਂਦੀ ਹੈ ਸਾਨੂੰ? ਹਾਲੇਲੂਇਆ। ਮੇਰੇ ਪਿਆਰਿਓ, ਇਹ ਅੰਤ ਦਾ ਸਮਾਂ, ਹੁਣ ਇਹਨਾਂ ਚੀਜ਼ਾਂ ਦੇ ਮਗਰ ਪਾਓ, ਇਹਨਾਂ ਚੀਜ਼ਾਂ ਦੇ ਪਿੱਛੇ ਪਾਓ। ਮੇਰਾ ਜੀਵਨ ਬਦਲ ਜਾਵੇ, ਮੇਰੀ ਬਿਮਾਰੀ ਠੀਕ ਹੋਏ ਨਾ ਹੋਏ, ਮੇਰਾ ਜੀਵਨ ਕੀ ਹੋ ਜਾਵੇ? ਮੇਰਾ ਜੀਵਨ ਠੀਕ ਹੋ ਜਾਏ, ਮੇਰਾ ਜੀਵਨ ਦਰੁਸਤ ਹੋ ਜਾਵੇ। ਇਹਦੇ ਤੋਂ ਇਲਾਵਾ ਮੈਨੂੰ ਹੋਰ ਕੁਝ ਚਾਹੀਦਾ ਹੀ, ਕਿਉਂਕਿ ਪਤਾ ਨਹੀਂ ਉਹਨੇ ਕਿਹੜੇ ਟਾਈਮ ਆ ਜਾਣਾ। ਗੀਤ ਗਾ ਰਹੇ ਸੀ ਨਾ ਕੋਈ ਜਾਣਦਾ ਵੇਲਾ ਨਾ ਕੋਈ, ਤੇ ਬਾਅਦ ਚ ਬੂਆ ਵੀ ਕੀ ਹੋ ਜਾਣਾ ਜੀ। ਹਾਲੇਲੂਇਆ। ਸਾਨੂੰ ਉਹਨੇ ਖੁਦ ਚੁਣ ਲਿਆ, ਸਾਨੂੰ ਕੀ ਦੇ ਦਿੱਤਾ? ਉਹਨੇ ਨਵਾਂ ਜੀਵਨ ਦੇ ਦਿੱਤਾ। ਅੱਗੇ ਪੜ੍ਹੀਏ ਜੀ, 1:3। ਮੁਬਾਰਕ ਹੈ ਸਾਡੇ ਪ੍ਰਭੂ ਯਿਸੂ ਮਸੀਹ ਦਾ ਪਰਮੇਸ਼ਰ ਅਤੇ ਪਿਤਾ, ਜਿਨੇ ਆਪਣੀ ਅਤ ਦਇਆ ਦੇ ਅਨੁਸਾਰ ਯਿਸੂ ਮਸੀਹ ਦੇ ਮੁਰਦਿਆਂ ਵਿੱਚੋਂ ਜੀ ਉੱਠਣ ਦੇ ਕਾਰਨ ਸਾਨੂੰ ਜਿਉਂਦੀ ਆਸ ਲਈ ਸਾਨੂੰ ਜਿਉਂਦੀ ਆਸ ਦਿੱਤੀ ਹੈ। ਕਿਹੜੀ ਆਸ ਹੈ? ਉਸ ਆਸ ਦਾ ਨਾਮ ਹੈ ਜਿਉਂਦੀ ਆਸ। ਜਿਉਂਦੀ ਆਸ ਕੀ ਹੁੰਦੀ ਹੈ? ਮੰਨ ਲਓ ਤੁਸੀਂ ਕਿਸੇ ਇਨਸਾਨ ਤੇ ਆਸ ਲਾਈ ਹੈ, ਕਿਸੇ ਮਨੁੱਖ ਤੇ ਤੁਸੀਂ ਆਸ ਲਾਈ ਹੈ। ਹੋ ਸਕਦਾ ਉਹ ਇਨਸਾਨ ਹੈ, ਮਨੁੱਖ ਤੁਹਾਡੀ ਆਸ ਕੀ ਨਾ ਕਰ ਸਕੇ, ਪਰ ਵਾਹਿਦ ਯਹੋਵਾ ਪਰਮੇਸ਼ਰ ਇੱਕ ਐਸਾ ਆ ਜਿਹਨੇ ਕਿਹਾ ਜੋ ਮੇਰੇ ਤੇ ਵਿਸ਼ਵਾਸ ਕਰਦਾ, ਜੋ ਮੇਰੇ ਤੇ ਆਸ ਲਾਉਂਦਾ, ਉਹ ਕਦੇ ਵੀ ਸ਼ਰਮਿੰਦਾ। ਹਾਲੇਲੂਇਆ। ਕਿਹੜੀ ਆਸ ਲਾਈ ਹੈ ਫਿਰ ਤੁਸੀਂ ਉਹਦੇ ਤੇ? ਇੱਕ ਦਿਨ ਆਏਗਾ, ਉਹ ਸਾਨੂੰ ਕੀ ਕਰੇਗਾ? ਇਹ ਜਿਉਂਦੀ ਆਸ ਆ। ਇਹਨਾਂ ਵਚਨਾਂ ਦੇ ਦੁਆਰੇ ਪਰਮੇਸ਼ਰ ਨੇ ਕਿਹਾ ਇਹ ਜ਼ਮੀਨ ਅਸਮਾਨ ਬਦਲ ਸਕਦੇ ਨੇ, ਪਰ ਉਹਦੀ ਬਾਣੀ ਦੀਆਂ ਕਈਆਂ ਇੱਕ ਗੱਲ ਵੀ ਕੀ ਨਹੀਂ ਕਰ ਸਕਦੀ। ਮੇਰੇ ਪਿਆਰਿਓ, ਇਹ ਆਤਮਿਕ ਵਚਨ ਹੈ, ਇਹ ਆਤਮਾ ਦੇ ਲਈ ਆ, ਯਾਦ ਰੱਖਿਓ। ਇਹ ਕਿਹਦੇ ਲਈ ਹੈ? ਇਹ ਸਰੀਰਕ ਲੋਕਾਂ ਨੂੰ ਸਮਝ ਨਹੀਂ ਆਉਂਦੀ। ਸਰੀਰ ਲੋਕਾਂ ਕਹਿੰਦਾ ਇਹ ਕੀ ਸੁਣਾ ਰਿਹਾ, ਪਰ ਮੇਰੇ ਪਿਆਰਿਓ ਮੈਂ ਨਹੀਂ ਸੁਣਾ ਰਿਹਾ। ਇਹ ਕੌਣ ਬੋਲ ਰਿਹਾ ਤੁਹਾਡੇ ਅੰਦਰ? ਇਹ ਸਵਰਗ ਦਾ ਪਰਮੇਸ਼ਰ ਬੋਲ ਰਿਹਾ, ਜਿਹਨੇ ਤੁਹਾਨੂੰ ਕੀ ਕਰਨਾ ਹੈ। ਉਹ ਕਹਿ ਰਿਹਾ ਤਿਆਰੀ ਕਰ ਲਓ, ਦੁਨੀਆ ਦੇ ਕੰਮਾਂ ਤੋਂ ਧਿਆਨ ਹਟਾ ਲਓ। ਜੋ ਦੁਨੀਆ ਸੋਚ ਰਹੀ ਹੈ, ਦੁਨੀਆ ਕਰ ਰਹੀ ਹੈ, ਉਹਨੂੰ ਛੱਡ ਦਿਓ। ਤੁਸੀਂ ਜੋ ਸਵਰਗ ਚਾਹੁੰਦਾ, ਜੋ ਸਵਰਗ ਕਹਿੰਦਾ, ਉਹ ਕਰਨਾ ਸ਼ੁਰੂ ਕਰ ਦਿਓ। ਤੇ ਹਮੇਸ਼ਾ ਦਾ ਰਾਜ ਕੀ ਆ ਤੁਹਾਡਾ? ਅੱਗੇ बढ़ते हैं जी, 1:4 पढ़िए। ਅਰਥਾਤ ਉਸ ਅਵਿਨਾਸ਼ੀ, ਨਿਰਮਲ ਅਤੇ ਨਾ ਕਮਲਾਉਣ ਵਾਲੇ ਅਧਿਕਾਰ ਲਈ ਜੋ ਸਵਰਗ ਵਿੱਚ ਤੁਹਾਡੇ ਲਈ ਧਰਿਆ ਹੋਇਆ ਹੈ। ਫੇਰ ਸਾਡੇ ਵਾਸਤੇ ਕੀ ਧਰਿਆ ਜੀ ਉਹਨੇ? ਸਵਰਗ ਦੇ ਵਿੱਚ ਕੁਝ ਅਧਿਕਾਰ ਰੱਖੇ ਨੇ। ਸਮਝਾਈਏ, ਇੱਕ ਆ ਦੂਸਰੀ ਆਸ਼ੀਸ਼ ਕਿਹੜੀ ਆ? ਸਵਰਗ ਦੇ ਵਿੱਚ ਸਾਡੇ ਵਾਸਤੇ ਕੁਝ ਅਧਿਕਾਰ ਨੇ। ਮੇਰੇ ਪਿਆਰੇ, ਹੋ ਸਕਦਾ ਇਸ ਦੁਨੀਆ ਤੇ ਤੁਹਾਡਾ ਆਪਣਾ ਘਰ ਨਾ ਹੋਵੇ, ਤੁਹਾਡੇ ਕੋਲ ਕੁਝ ਵੀ ਨਾ ਹੋਵੇ, ਆਪਣੇ ਮੁਹੱਲੇ ਦੇ ਵਿੱਚ, ਆਪਣੇ ਘਰ ਦੇ ਵਿੱਚ, ਆਪਣੇ ਉਸ ਏਰੀਆ ਦੇ ਵਿੱਚ ਤੁਸੀਂ ਸਭ ਨਾਲੋਂ ਗਰੀਬ ਹੋਵੋ। ਪਰ ਜੇਕਰ ਆਤਮਿਕ ਤੌਰ ਤੇ ਵੇਖਿਆ ਜਾਏ ਨਾ, ਜਿਹੜੀਆਂ ਤੁਹਾਡੇ ਲਾਗੇ ਛਾਗੇ ਕਿਸੇ ਨੇ ਕੋਠੀਆਂ ਪਾਈਆਂ ਨੇ ਨਾ, ਜਿਹੜੀ ਮਿਰਾਸ ਤੁਹਾਨੂੰ ਪਰਮੇਸ਼ਰ ਨੇ ਸਵਰਗ 'ਚ ਦੇ ਦਿੱਤੀ ਆ ਨਾ, ਉਹਦੇ ਸਾਹਮਣੇ ਕੁਝ ਵੀ ਨਹੀਂ ਆ। ਉਹ ਮਿਰਾਸ ਕਿੱਥੇ ਦਿੱਤੀ ਆ? ਉਹ ਮਿਰਾਸ ਦੀ ਕੁਆਲਿਟੀ ਕੀ ਹੈ? ਜਰਾ ਪੜ੍ਹੀਏ ਜੀ। ਅਰਥਾਤ ਉਸ ਅਵਿਨਾਸ਼ੀ, ਉਹ ਕੀ ਆ? ਅਵਿਨਾਸ਼ੀ। ਅਵਿਨਾਸ਼ੀ ਦਾ ਮਤਲਬ ਕੀ ਹੁੰਦਾ? ਇੱਥੇ ਤੁਸੀਂ ਕੋਠੀ ਪਾ ਲਓ ਜਾਂ ਕੋਈ ਹੋਰ ਚੀਜ਼ ਲਾ ਲਓ, ਹੌਲੀ ਹੌਲੀ ਉਹਦੀ ਵੈਲਿਡਿਟੀ ਕੀ ਹੋ ਰਹੀ ਹੈ? ਬੋਲੋ ਜੀ, ਪ੍ਰਭੂ ਦਾਸ ਬੋਲੋ। ਕੋਈ ਚੀਜ਼ ਸਥਿਰ ਹੈ ਇੱਥੇ? ਧਰਤੀ ਤੇ ਕੋਈ ਚੀਜ਼ ਸਥਿਰ ਹੈ? ਸਵਰਗ 'ਚ ਕੀ ਹੈ? ਤੁਹਾਡੇ ਵਾਸਤੇ ਸਵਰਗ 'ਚ ਐਸੀਆਂ ਗੱਲਾਂ ਰੱਖੀਆਂ ਨੇ, ਐਸੀ ਇੱਕ ਮਿਰਾਸ ਰੱਖੀ ਆ ਜਿਹੜੀ ਅਵਿਨਾਸ਼ੀ ਆ, ਉਹ ਨਾਸ ਨਹੀਂ ਹੋਵੇਗੀ, ਉਹ ਹਮੇਸ਼ਾ ਕਾਇਮ ਰਹੇਗੀ। ਜਿਸ ਤਰ੍ਹਾਂ ਸਾਡਾ ਪਰਮੇਸ਼ਰ ਹਮੇਸ਼ਾ ਕਾਇਮ ਆ, ਜਿਸ ਤਰ੍ਹਾਂ ਸਵਰਗ ਧਾਮ ਹਮੇਸ਼ਾ ਕਾਇਮ ਆ, ਸਾਡੀ ਮਿਰਾਸ ਔਰ ਅਸੀਂ ਵੀ ਉਸੇ ਕੀ ਆ, ਹਮੇਸ਼ਾ ਕਾਇਮ ਆ। ਉਹ ਕਦੀ ਕੀ ਨਹੀਂ ਹੁੰਦੀ। ਅਵਿਨਾਸ਼ੀ ਹਾਂ ਅਤੇ ਨਿਰਮਲ। ਤੇ ਨਿਰਮਲ ਆ, ਸਾਫ਼ ਆ। ਨਿਰਮਲ ਕਹਿਣ ਦਾ ਮਤਲਬ ਇੱਥੇ ਅਸੀਂ ਮੰਨ ਲਓ ਜੇ ਕੁਝ ਬਣਾ ਲਿਆ ਆ, ਹੋ ਸਕਦਾ ਉਹਦੇ ਵਿੱਚ ਥੋੜੀ ਬਹੁਤੀ ਅਸੀਂ ਕੋਈ ਚੀਟਿੰਗ ਕੀਤੀ ਹੋਵੇ, ਥੋੜਾ ਬਹੁਤਾ ਕੋਈ ਉਹਦੇ ਵਿੱਚ ਅਸੀਂ ਹੇਰਾ ਫੇਰੀ ਕੀਤੀ ਹੋਵੇ, ਜ਼ਿਆਦਾ ਨਹੀਂ ਤੇ ਥੋੜਾ ਬਹੁਤਾ ਕੁਝ ਨਾ ਕੁਝ ਕਰ ਲਿਆ ਹੋਵੇ,
ਉਹਨੂੰ ਅਸੀਂ ਨਿਰਮਲ ਨਹੀਂ ਕਹਿ ਸਕਦੇ, ਪਰ ਜਿਹੜੀ ਸਵਰਗ ਵਿੱਚ ਸਾਡੇ ਲਈ ਵਿਰਾਸਤ ਰਹੀ ਆ ਉਹ ਕੀ ਆ ਜੀ? ਨਿਰਮਲ ਉਹ ਪਵਿੱਤਰ ਆ, ਉਹ ਨਿਰਮਲ ਆ, ਕਿਉਂਕਿ ਉਹ ਪਵਿੱਤਰਤਾਈ ਦੀ ਨੀਂਹ ਤੇ ਕੀ ਕੀਤੀ ਹੋਈ ਆ। ਤਰੀ ਹੋਈ ਹੈ। ਨੰਬਰ 1 ਉਹ ਕਦੇ ਕਮਲਾਏ, ਉਹ ਅਵਿਨਾਸ਼ੀ ਨਹੀਂ ਆ, ਕਦੀ ਨਾਸ਼ ਨਹੀਂ ਹੋਵੇਗੀ। ਦੂਸਰਾ ਕੀ ਆ? ਉਹ ਸ਼ੁੱਧ ਆ, ਨਿਰਮਲ ਆ। ਤੀਸਰੀ ਅਤੇ ਨਾ ਕਮਲਾਉਣ ਵਾਲੇ ਅਧਿਕਾਰ ਤੇ ਕਦੀ ਉਹ ਕਮਲਾਉਂਦਾ ਨਹੀਂ ਆ। ਨਾ ਕਮਲਾਉਣ ਵਾਲਾ ਅਧਿਕਾਰ ਕੀ ਆ? ਪਰਮੇਸ਼ਰ ਨੇ ਇਨਸਾਨ ਨੂੰ ਕਿਹਾ ਤੂੰ ਫੁੱਲ ਘਾਹ ਦੇ ਫੁੱਲ ਦੇ ਸਮਾਨ ਆ, ਜੋ ਸਵੇਰੇ ਕੀ ਕਰਦਾ? ਸਵੇਰੇ ਉੱਗਦਾ ਤੇ ਸ਼ਾਮ ਨੂੰ ਕੀ ਕਰਦਾ? ਕੁਮਲਾ ਜਾਂਦਾ। ਹੁਣ ਅਧਿਕਾਰ ਕਮਲਾਉਂਦੇ ਕਿਸ ਤਰ੍ਹਾਂ ਨੇ? ਮੰਨ ਲਓ ਤੁਹਾਡੇ ਸ਼ਹਿਰ ਦਾ ਕੋਈ ਐਮਐਲਏ ਬਣ ਗਿਆ। ਕੀ ਬਣ ਗਿਆ ਜੀ? ਤੇ ਐਮਐਲਏ ਦਾ ਕਿੰਨਾ ਟਾਈਮ ਹੁੰਦਾ? ਕਿੰਨੇ ਸਾਲ ਤੁਹਾਡਾ ਐਮਐਲਏ ਹੈ? ਬਸ ਕਿੰਨੇ ਸਾਲ ਜੀ? 5 ਸਾਲ। ਪਹਿਲੇ 2-3 ਸਾਲ ਤੇ ਜਿਹੜਾ ਉਹਦਾ ਅਧਿਕਾਰ ਹੈ ਨਾ, ਬੜਾ ਕਾਇਮ ਹੈ, ਕਿਉਂਕਿ ਨਵਾਂ ਨਵਾਂ ਕੀ ਬਣਿਆ। ਪਰ ਜਿਹੜਾ ਆਖਰੀ 1-2 ਸਾਲ ਹੈ ਉਹਦਾ ਕੀ ਹੋਣ ਲੱਗਾ ਜੀ? ਉਹਦੀ ਮਹਿਮਾ ਘਟਣ ਲੱਗ ਪਈ ਆ। ਉਹਨੂੰ ਆਪਣੇ ਆਪ ਨੂੰ ਡਰਿਆ, ਪਤਾ ਨਹੀਂ ਅਗਲੀ ਵਾਰੀ ਬਣਨਾ ਕਿ। ਪਰ ਜੋ ਸਵਰਗ 'ਚ ਤੁਹਾਨੂੰ ਬਣਾਤਾ, ਜੋ ਸਵਰਗ ਨੇ ਤੁਹਾਨੂੰ ਦੇਤਾ, ਜੋ ਸਵਰਗ ਤੁਹਾਡੇ ਲਈ ਮਿਰਾਸ ਸਥਾਪਿਤ ਕਰ ਦਿੱਤੀ ਆ, ਉਹ ਕਦੇ ਕਮਲਾਏਗੀ ਨਹੀਂ। ਉਹ ਹਮੇਸ਼ਾ ਮਹਿਮਾਮਈ ਹੀ ਰਹੇਗੀ, ਉਹ ਹਮੇਸ਼ਾ ਜਗਮਗਾਉਂਦੀ ਹੀ ਰਹੇਗੀ। ਤੁਹਾਡੀ ਮਹਿਮਾ 'ਚ ਕਦੀ ਕੋਈ ਫਰਕ? ਹਾਲੇਲੂਇਆ। ਤੇ ਕੀ ਚਾਹੀਦਾ ਸਾਨੂੰ? ਹੋਰ ਕਿਹੜੀਆਂ ਗੱਲਾਂ ਦੇ ਪਿੱਛੇ ਪੈ ਗਏ ਅਸੀਂ? ਉਹਨੇ ਚੁਣ ਲਿਆ, ਨਵੇਂ ਸਿਰੋਂ ਕੀ ਦੇਤਾ, ਫਿਰ ਸਵਰਗ ਲੈ ਕੇ ਚਲਿਆ ਆ। ਉੱਥੇ ਐਵੇਂ ਇਹ ਨਹੀਂ ਕਿ ਐਵੇਂ ਲੈ ਚਲਿਆ ਆ, ਉੱਥੇ ਸਾਡੇ ਲਈ ਉਹਨੇ ਇੱਕ ਅਧਿਕਾਰ ਰੱਖਿਆ ਜਿਹੜਾ ਅਵਿਨਾਸ਼ੀ ਆ ਔਰ ਨਿਰਮਲ ਆ। ਤੀਸਰਾ, ਉਹਦੀ ਮਹਿਮਾ ਕਦੇ ਕੀ ਨਹੀਂ ਹੁੰਦੀ, ਉਹ ਕਮਲਾਉਂਦਾ ਨਹੀਂ, ਉਹ ਮੁਰਝਾਉਂਦਾ ਨਹੀਂ। ਇਹਨਾਂ ਆਸ਼ਾ ਵੱਲ ਖਿਆਲ ਹੈਗਾ? ਜੇ ਅੱਜ ਤੱਕ ਤੁਸੀਂ ਇਹ ਨਹੀਂ ਪਾਈਆਂ ਤੇ ਫਿਰ ਤੁਸੀਂ ਕੁਝ ਨਹੀਂ ਜੇ ਪਾਇਆ। ਤੁਸੀਂ ਇਸ ਧਰਤੀ ਦੀ ਉਮਰ ਜਾਇਦਾਦ ਇਕੱਠੀ ਕਰ ਲਈ ਹੋਵੇਗੀ, ਘਰ-ਬਾਰ ਬਣਾ ਲਿਆ ਹੋਵੇਗਾ, ਹੋਰ ਕਈ ਤਰ੍ਹਾਂ ਦੀ ਆਸ਼ਾ ਪਾਲੀਆਂ ਆਂਗੀਆਂ, ਪਰ ਜੇ ਇਹ ਸਵਰਗੀ ਆਸ਼ਾ ਤੁਹਾਡੇ ਕੋਲ ਨਹੀਂ ਆ, ਤੁਸੀਂ ਇਸ ਸੰਸਾਰ ਦੇ ਸਭ ਤੋਂ ਗਰੀਬ ਹੋ, ਕਿਉਂਕਿ ਤੁਸੀਂ ਆਪਣਾ ਅੰਤ ਨਹੀਂ ਜਾਣਦੇ। ਹਾਲੇਲੂਇਆ। ਸਵਰਗ ਕੀ ਦੇਣਾ ਚਾਹੁੰਦਾ, ਪਰਮੇਸ਼ਰ ਕੀ ਦੇਣਾ ਚਾਹੁੰਦਾ ਆ, ਅਸੀਂ ਕਿੰਨਾ ਗੱਲਾਂ ਦੇ ਪਿੱਛੇ ਪਏ ਆ। ਅੱਗੇ ਵਚਨ ਪੜ੍ਹੀਏ ਜੀ, 1:5। ਜਿਹੜੇ ਨੇਚਾ ਦੇ ਰਾਹੀਂ ਪਰਮੇਸ਼ਰ ਦੀ ਸਮਰੱਥਾ ਨਾਲ ਉਸ ਮੁਕਤੀ ਨੂੰ ਪ੍ਰਾਪਤ ਹੋਣ ਲਈ ਜੋ ਅੰਤ ਦੇ ਸਮੇਂ ਪ੍ਰਗਟ ਹੋਣ ਵਾਲੀ ਹੈ ਬਚਾਏ ਰਹਿੰਦੇ ਹੋ। ਕੀ ਰਹਿੰਦੇ ਹੋ ਤੁਸੀਂ? ਬਚਾਏ ਰਹਿੰਦੇ ਹੋ, ਮਤਲਬ ਕਿ ਉਹਦੀ ਸੁਰੱਖਿਆ ਤੁਹਾਨੂੰ ਪ੍ਰਦਾਨ ਆ। ਉਹਨੇ ਕੀ ਦਿੱਤੀ ਤੁਹਾਨੂੰ ਆਪਣੀ? ਕਿਉਂਕਿ ਜਿਹਨੂੰ ਉਹਨੇ ਚੁਣ ਲਿਆ, ਜਿਹਨੂੰ ਨੇ ਨਵਾਂ ਜੀਵਨ ਦੇ ਦਿੱਤਾ, ਜਿਹਦੇ ਲਈ ਉਹਨੇ ਸਵਰਗ ਦੇ ਵਿੱਚ ਮਿਰਾਸ ਕਾਇਮ ਕਰ ਦਿੱਤੀ, ਉਹਨੂੰ ਐਵੇਂ ਥੋੜਾ ਨਾ ਛੱਡੇਗਾ। ਫਿਰ ਉਹਦੇ ਵਾਸਤੇ ਉਹਨੇ ਕੀ ਰੱਖੀ? ਇੱਕ ਸੁਰੱਖਿਆ ਚੱਕਰ। ਉਹ ਸੁਰੱਖਿਆ ਚੱਕਰ ਅਯੂਬ ਦੇ ਦੁਆਲੇ ਲੱਗੀਆਂ 3 ਵਾੜਾਂ ਨਾਲੋਂ ਵੀ ਮਜ਼ਬੂਤ ਆ। ਤੁਸੀਂ ਪੜ੍ਹਦੇ ਹੋ ਸ਼ੈਤਾਨ ਕੀ ਗਵਾਹੀ ਦਿੰਦਾ ਅਯੂਬ ਦੇ ਬਾਰੇ? ਕਹਿੰਦਾ ਅਯੂਬ ਤੇਰੇ ਕੋਲ ਹਾੜੇ ਗੱਡੀ ਨਹੀਂ ਡਰਦਾ, ਤੂੰ ਉਹਦੇ ਦੁਆਲੇ, ਉਹਦੇ ਸਭ ਕਾਸੇ ਦੇ ਦੁਆਲੇ ਔਰ ਉਹਦੇ ਘਰ ਦੇ ਦੁਆਲੇ ਕੀ ਲਾ ਰੱਖੀ ਆ? ਮੈਂ ਉਹਨੂੰ ਕ੍ਰਾਸ ਨਹੀਂ ਕਰ ਸਕਦਾ। ਪਰ ਮੇਰੇ ਪਿਆਰਿਓ, ਉਹ ਅਯੂਬ ਤੇ ਇਸ ਧਰਤੀ ਦੇ ਵੱਡਾ ਧਨ ਵਾਲਾ ਸੀ ਨਾ, ਪਰ ਅਸੀਂ ਉਸ ਸਵਰਗ 'ਚ ਵੱਡੇ ਧਨਵਾਨ ਆ, ਕਿਉਂਕਿ ਅਸੀਂ ਆਪਣਾ ਸਾਰਾ ਧਨ ਕਿੱਥੇ ਜੋੜਿਆ। ਹਾਲੇਲੂਇਆ। ਹਾਲੇਲੂਇਆ। ਸਾਨੂੰ ਕੀ ਦਿੱਤੀ ਹੋਈ ਉਹਨੇ? ਇਸ ਦੁਨੀਆ ਤੇ ਸਭ ਤੋਂ ਵੱਡੀ ਸੁਰੱਖਿਆ ਦਾ ਨਾਮ ਹੈ ਜ਼ੈਡ ਸਿਕਿਉਰਿਟੀ, Z+। ਪਰ ਮੇਰੇ ਪਿਆਰਿਓ, ਤੁਹਾਨੂੰ ਉਹਨੇ Z+ ਨਾਲੋਂ ਵੀ ਕਿਤੇ ਵੱਧ ਪਲੱਸ ਕੀ ਕੀਤੇ ਹੋਏ ਨੇ। ਐਵੇਂ ਨਾ ਡਰਦੇ ਮਰਿਆ ਕਰੋ, ਐਵੇਂ ਨਾ ਪਰੇਸ਼ਾਨ ਹੋ ਕੇ ਜ਼ਿੰਦਗੀ ਜੀਆ ਕਰੋ। ਜੇਕਰ ਜੇਬ 'ਚ ਕੁਝ ਨਹੀਂ, ਘਰ 'ਚ ਖਾਣ ਨੂੰ ਕੁਝ ਨਹੀਂ, ਤਾਂ ਵੀ ਤੁਸੀਂ ਰਾਜਿਆਂ ਦੇ ਰਾਜੇ ਹੋ। ਇੱਕ ਰਾਜੇ ਦੀ ਤਰ੍ਹਾਂ ਚੱਲੋ। ਪਲੂਸ ਕਹਿੰਦਾ ਸਭਨਾ ਨਾਲੋਂ ਗਰੀਬ, ਪਰ ਕੁਆਲਿਟੀ ਕੀ ਸਾਡੀ? ਲੋਕਾਂ ਨੂੰ ਕੀ ਬਣਾ ਦਿੰਦੇ ਆ?
ਲੋਕਾਂ ਨੂੰ ਧਨੀ ਬਣਾ ਦੇ, ਲੋਕਾਂ ਨੂੰ ਰਾਜੇ ਬਣਾ ਦਿੰਦੇ ਆ। ਮੇਰੇ ਪਿਆਰਿਓ, ਸਾਡਾ ਰਾਜ ਇਸ ਧਰਤੀ ਦਾ ਨਹੀਂ ਹੈ। ਯਾਦ ਰੱਖਿਓ, ਸਾਡਾ ਰਾਜ ਕਿੱਥੋਂ ਦਾ ਨਹੀਂ ਹੈ। ਇੱਥੇ ਬੇਸ਼ੱਕ ਤੁਹਾਨੂੰ ਥੋੜੀ ਮੁਸ਼ਕਲ ਪਰੇਸ਼ਾਨੀ ਚੱਲਣੀ ਪੈ ਸਕਦੀ ਆ, ਪਰ ਤੁਸੀਂ ਉਹਦੇ ਸੁਰੱਖਿਆ ਦੇ ਵਿੱਚ, ਜਿੰਨੀ ਉਹ ਤੁਹਾਡੇ ਨਾਲ ਹੋਣ ਦੇਵੇਗਾ ਉਨੀ ਹੋ ਜਾਵੇਗੀ, ਪਰ ਹੱਦੋਂ ਬਾਹਰ ਤੁਹਾਡੇ ਤੇ ਕੀ ਨਹੀਂ ਪਾਵੇਗਾ। ਉਹਦੀ ਸੁਰੱਖਿਆ ਐਸੀ ਆ, ਉਹਨੂੰ ਭੇਤ ਕੇ ਕੋਈ ਅੱਗੇ ਨਹੀਂ ਆ ਸਕਦਾ। ਤੇ ਹਰ ਵੇਲੇ ਯਾਦ ਰੱਖੋ, ਐਵੇਂ ਸ਼ੈਤਾਨ ਦਾ ਨਾਂ ਨਾ ਜਪਦੇ ਰਿਹਾ ਕਰੋ। ਇਹ ਨਾ ਕਰਦੇ ਰਿਹਾ ਕੋਈ ਸ਼ੈਤਾਨ ਨੇ ਆ ਕਰ। ਦੁਆ ਕਰਨ ਵਾਲੇ ਲੋਕ ਕਹਿੰਦੇ ਸ਼ੈਤਾਨ ਨੇ ਕੀ ਕਰ ਦਿੱਤਾ ਸਾਡੇ ਤੇ। ਦੁਆ ਕਰਨ ਵਾਲੇ ਲੋਕ ਕਹਿੰਦੇ ਸ਼ੈਤਾਨ ਨੇ ਸਾਡੇ ਤੇ ਹਮਲਾ ਕਰ ਦਿੱਤਾ। ਤੇ ਜੇ ਸ਼ੈਤਾਨ ਨੇ ਹਮਲਾ ਕਰ ਦਿੱਤਾ ਆ, ਤੇ ਇਹਦਾ ਮਤਲਬ ਫਿਰ ਤੁਹਾਡਾ ਪਰਮੇਸ਼ਰ ਉਸ ਹਮਲੇ ਨੂੰ ਡੱਕ ਨਹੀਂ ਸਕਦਾ। ਜੇ ਹਜੇ ਵੀ ਤੁਹਾਡੇ ਤੇ ਸ਼ੈਤਾਨ ਹਮਲੇ ਕਰ ਰਿਹਾ ਨਾ, ਇਹਦਾ ਮਤਲਬ ਹਜੇ ਤੁਹਾਡੇ ਦੁਆਲੇ ਉਹਦੀ ਸੁਰੱਖਿਆ ਆਈ ਹੀ ਨਹੀਂ ਹੈ। ਮੇਰੇ ਪਿਆਰਿਓ, ਪ੍ਰਭੂ ਐਵੇਂ ਨਹੀਂ ਸ਼ੈਤਾਨ ਦਾ ਹਮਲਾ ਹੋਣ ਦਿੰਦਾ। ਸਾਨੂੰ ਪਰਖਣ ਦੇ ਲਈ ਹੀ ਕਦੇ ਕਦੇ ਉਹ ਸ਼ੈਤਾਨ ਨੂੰ ਸਾਡੇ ਦੁਆਲੇ ਭੇਜੇਗਾ। ਪਰ ਜਿਹੜਾ ਅੱਛਾ ਸੱਚਾ ਵਿਸ਼ਵਾਸੀ ਆ, ਜਿਹੜਾ ਸੱਚਾ ਮਸੀਹੀ ਆ, ਉਹ ਸ਼ੈਤਾਨ ਨੂੰ ਆਪਣੇ ਕੇ ਘੁੱਟਨੇ ਟਿਕਾ ਦਿੰਦਾ ਆ। ਸ਼ੈਤਾਨ ਵੀ ਜਦੋਂ ਨਾ ਘੁੱਟਨੇ ਟੇਕਣੇ ਪੈਂਦੇ ਉਹਦੇ ਅੱਗੇ, ਮੇਰਾ ਮਾਲ ਇਹਦੇ ਵਿੱਚ ਕੁਝ ਵੀ ਨਹੀਂ। ਕੀ ਕਹਿ ਕੇ ਜਾਏਗਾ ਸ਼ੈਤਾਨ? ਮੇਰਾ ਇਹਦੇ ਵਿੱਚ, ਯਿਸੂ ਮਸੀਹ ਨੇ ਕਹਿਣਾ ਜਗਤ ਦਾ ਸਰਦਾਰ ਕੀ ਕਰਦਾ, ਪਰ ਉਹਦਾ ਮੇਰੇ ਵਿੱਚ। ਜਦੋਂ ਉਹਦਾ ਤੁਹਾਡੇ ਵਿੱਚ ਕੁਝ ਨਹੀਂ ਲੱਭੇਗਾ, ਸ਼ੈਤਾਨ ਦਾ ਕੋਈ ਵਸ ਨਹੀਂ ਚੱਲੇਗਾ। ਮੇਰੇ ਪਿਆਰਿਓ, ਐਸੀ ਸੁਰੱਖਿਆ ਪਰਮੇਸ਼ਰ ਨੇ ਸਾਨੂੰ ਦਿੱਤੀ ਹੋਈ ਹੈ। ਡਰਨ ਦੀ ਜ਼ਰੂਰਤ ਨਹੀਂ ਆ। ਜੇਕਰ ਤੁਸੀਂ ਸੱਚੇ ਮਸੀਹੀ ਹੋ, ਸੱਚੇ ਵਿਸ਼ਵਾਸੀ ਹੋ, ਹਿੰਮਤ ਨਾਲ ਰਹਿੰਦੀ ਜ਼ਿੰਦਗੀ ਬਤੀਤ ਕਰੋ। ਚਾਹੇ ਬਿਮਾਰ ਹੋ, ਚਾਹੇ ਪਰੇਸ਼ਾਨ ਹੋ, ਤੁਹਾਨੂੰ ਇੱਕ ਜਿਉਂਦੀ ਆਸ ਆ, ਤੁਹਾਡਾ ਸ੍ਰਿਸ਼ਟੀਕਰਤਾ ਤੁਹਾਨੂੰ ਲੈਣ ਆਉਣ ਵਾਲਾ ਆ। ਇੱਕ ਦਿਨ ਆਏਗਾ, ਤੁਹਾਨੂੰ ਆਪਣੇ ਨਾਲ ਕੀ ਕਰੇਗਾ। ਹਾਲੇਲੂਇਆ। ਅੱਗੇ ਪੜ੍ਹਦੇ ਹਾਂ ਜੀ, 6 ਤੋਂ ਲੈ ਕੇ 9 ਤੱਕ ਕੁਝ ਵਚਨ ਪੜ੍ਹੀਏ। ਇਹਦੇ ਵਿੱਚ ਤੁਸੀਂ ਵੱਡਾ ਆਨੰਦ ਕਰਦੇ ਹੋ, ਭਾਵੇਂ ਹੁਣ ਥੋੜਾ ਕੁ ਚਿਰ ਜੇਕਰ ਲੋੜੀਂਦਾ ਹੈ ਹੋਵੇ, ਤਾਂ ਭਾਂਤ ਭਾਂਤ ਦੇ ਪਰਤਾਵਿਆਂ ਨਾਲ ਦੁਖੀ ਹੋਏ ਹੋ। ਕਹਿੰਦਾ ਜੇਕਰ ਇੱਕ ਗੱਲ ਤੁਹਾਡੇ ਵਾਸਤੇ ਕਹਿੰਦਾ ਖੁਸ਼ੀ ਦੀ ਹੈ। ਕਹਿੰਦਾ ਜੇਕਰ ਇੱਕ ਵਚਨ ਪੜ੍ਹੋ ਦੁਬਾਰਾ ਇਸ ਚੀਜ਼ ਨੂੰ, ਫਿਰ ਮੈਂ ਤੁਹਾਨੂੰ ਸਮਝਾਉਣਾ ਹੈਗਾ। ਇਹਦੇ ਵਿੱਚ ਤੁਸੀਂ ਵੱਡਾ ਆਨੰਦ ਕਰਦੇ ਹੋ, ਭਾਵੇਂ ਹੁਣ ਥੋੜਾ ਕੁ ਚਿਰ ਜੇਕਰ ਲੋੜੀਂਦਾ ਹੋਵੇ। ਕਹਿੰਦਾ ਜੇਕਰ ਥੋੜਾ ਜਿਹਾ ਚਿਰ ਪਰਮੇਸ਼ਰ ਨੂੰ ਜ਼ਰੂਰਤ ਪਵੇ, ਤਾਂ ਯਾਦ ਰੱਖਿਓ ਇਸ ਚੀਜ਼ ਨੂੰ। ਕਹਿੰਦਾ ਜੇਕਰ ਥੋੜਾ ਜਿਹਾ ਚਿਰ ਪਰਮੇਸ਼ਰ ਨੂੰ ਲੋੜ ਪਵੇ, ਤਾਂ ਭਾਂਤ ਭਾਂਤ ਦੇ ਪਰਤਾਵਿਆਂ ਨਾਲ ਦੁਖੀ ਹੋਏ ਹੋਏ। ਕਹਿੰਦਾ ਉਹ ਤੁਹਾਨੂੰ ਭਾਂਤ ਭਾਂਤ ਦੇ ਪਰਤਾਵਿਆਂ ਨਾਲ ਕੀ ਕਰ ਸਕਦਾ ਹੈ, ਪਰ ਇਹਨੂੰ ਵੀ ਤੁਸੀਂ ਕੀ ਜਾਣੇ। ਕਹਿੰਦਾ ਇਹਨੂੰ ਪੂਰੇ ਆਨੰਦ ਦੀ ਕੀ ਕਰਿਓ ਗੱਲ ਜਾਣੇ, ਕਿ ਜੇਕਰ ਪਰਮੇਸ਼ਰ ਨੂੰ ਕਿਤੇ ਜ਼ਰੂਰਤ ਪੈ ਜੇ, ਤੇ ਤੁਹਾਨੂੰ ਭਾਂਤ ਭਾਂਤ ਦੇ ਪਰਤਾਵਿਆਂ ਨਾਲ ਕੀ ਕਰੇ, ਥੋੜੀ ਦੇਰ ਪਰਤਾ ਲਵੇ, ਤੁਹਾਨੂੰ ਥੋੜਾ ਜਿਹਾ ਕਸ਼ਟ ਚ ਪਾ ਲਵੇ, ਪਰ ਤੁਸੀਂ ਇਹਦੇ ਤੋਂ ਕੀ ਨਾ ਹੋਇਓ, ਕਿ ਤੁਸੀਂ ਮਸੀਹ ਦੇ ਲਈ ਕੀ ਕਰ ਰਹੇ ਹੋ, ਤੁਸੀਂ ਪ੍ਰਭੂ ਦੇ ਲਈ ਕੀ ਕਰ ਰਹੇ ਹੋ, ਦੁੱਖ ਚੱਲ ਰਹੇ ਹੋ। ਤੇ ਪ੍ਰਭੂ ਲਈ ਦੁੱਖ ਚੱਲਣਾ ਸਭ ਤੋਂ ਮਾਣ ਵਾਲੀ ਗੱਲ ਆ। ਤੁਸੀਂ ਇਹਨਾਂ ਦਿਨਾਂ 'ਚ ਇੱਕ ਇੰਟਰਨੈਟ ਤੇ ਵੀਡੀਓ ਦੇਖੀ ਹੋਏਗੀ, ਬਾਹਰ ਦੇ ਦੇਸ਼ ਦੀ ਇੱਕ ਵੀਡੀਓ। ਇੱਕ ਆਦਮੀ, ਉਹਨੇ ਵੱਡਾ ਜਿਹਾ ਪਿੱਛੇ ਇੱਕ ਬਾਕਸ ਪਾਇਆ, ਬਾਕਸ ਦੇ ਉੱਤੇ ਉਹਨੇ ਅਗਲੇ ਬੰਨੇ ਵੀ ਹਾਰਨ ਲਾਇਆ, ਪਿਛਲੇ ਬੰਨੇ ਵੀ ਹਾਰਨ ਲਾਇਆ, ਔਰ ਸੁਸਮਾਚਾਰ ਪ੍ਰਚਾਰ ਕਰ ਰਿਹਾ। ਇਹ ਗਲੀ ਦੇ ਬਾਹਰ ਲੰਘ ਰਿਹਾ, ਔਰ ਉੱਥੋਂ ਇੱਕ ਘਰ ਵਾਲਾ ਆ ਕੇ ਉਹਨੇ ਛਾਂਟਾ ਫੜਿਆ, ਉਹਦੇ ਧੜਾ ਧੜ ਕੀ ਮਾਰ ਰਿਹਾ, ਅੱਗੋਂ ਕੀ ਕਰ ਰਿਹਾ, ਉਹ ਪ੍ਰਚਾਰ ਕਰ ਰਿਹਾ। ਉਹ ਕਿਹਦੇ ਕਾਰਨ ਕਰ ਰਿਹਾ ਜੀ? ਉਹ ਲੋੜ ਸੀ ਲੋਕਾਂ ਦੇ ਛਾਂਟੇ ਖਾਣ ਦੀ, ਛਾਂਟੇ ਫੇਰ ਰਿਹਾ, ਗਾਲਾਂ ਕੱਢ ਰਿਹਾ ਉਹਨੂੰ, ਪਰ ਆਨੰਦ ਦੇ ਨਾਲ ਕੀ ਕਰ ਰਿਹਾ। ਮੈਂ ਸੋਚਦਾ ਨੂੰ ਪਤਾ ਹੈ, ਮਸੀਹ ਦੇ ਲਈ ਦੁੱਖ ਚੱਲਣਾ ਦੁਨੀਆ ਦੀ ਸਭ ਤੋਂ ਖੁਸ਼ੀ ਵਾਲੀ ਗੱਲ ਹੈ। ਕਹਿੰਦਾ ਮੇਰੇ ਘਰ ਲੋਕ ਤੁਹਾਨੂੰ ਕੀ ਕਰਨਗੇ, ਹੋ ਸਕੇ ਤੇ ਜੇਲ੍ਹਾਂ 'ਚ ਵੀ ਕੀ ਕਰ ਦੇਣਗੇ, ਪਰ ਇਹ ਸਭ ਨੂੰ ਕੀ ਕਰਿਓ ਤੁਸੀਂ। ਮੇਰੇ ਪਿਆਰਿਓ, ਅੱਜ ਜੇਕਰ ਤੁਸੀਂ ਪਿੰਡ ਦੇ ਸਰਪੰਚ ਦੇ ਕਰਕੇ ਦੋ ਚਾਰ ਕਿਸੇ ਤੋਂ ਗੱਲਾਂ ਸੁਣ ਲੈਂਦੇ ਹੋ ਨਾ, ਤੁਸੀਂ ਸਰਪੰਚ ਦੇ ਲਈ ਤੇਰੇ ਕਰਕੇ ਮੈਂ ਕੀ ਕਰਾਈ ਸੀ ਆਪਣੀ, ਕਹਿੰਦੇ ਤੇਰੇ ਕਰਕੇ ਮੈਂ ਬੇਇੱਜ਼ਤੀ ਕਰਾਈ ਆਪਣੀ। ਸਰਪੰਚ ਨੂੰ ਗੁਰਾ ਭਰ ਕੇ ਕਹਿੰਦੇ ਨਾ, ਤੇ ਸਰਪੰਚ ਨੂੰ ਪਤਾ ਯਾਰ ਮੇਰੇ ਕਰਕੇ ਕੀ ਕਰਾਈ ਇਹਨੇ, ਇਹਦਾ ਕੁਛ ਨਾ ਕੁਛ ਕੀ ਕਰਨਾ ਪੈਣਾ, ਸੋਚਣਾ ਪੈਣਾ, ਮੈਨੂੰ ਇਹਦਾ ਹੱਕ 'ਚ ਬੋਲਣਾ ਪੈਣਾ। ਤੇ ਮੇਰੇ ਪਿਆਰਿਓ, ਸਾਡਾ ਉਹ ਸਰਪੰਚ ਨਹੀਂ ਆ, ਸਾਡਾ ਪ੍ਰਭੂ ਪ੍ਰਭੂਆਂ ਦਾ ਵੀ ਕੀ ਆ। ਉਹਦੇ ਕਾਰਨ ਜੇਕਰ ਤੁਸੀਂ ਦੁੱਖ ਝੱਲੋਗੇ,
ਤੇ ਹਰ ਗੱਲ 'ਚ ਉਹ ਤੁਹਾਡੇ ਨਾਲ ਖਲੋਊਗਾ। ਪਰ ਅਸੀਂ ਕਹਿੰਦੇ ਨਹੀਂ, ਦੁੱਖ ਨਹੀਂ ਚੱਲਦਾ, ਪਿਤਾ ਸਾਨੂੰ ਵਧੀਆ ਵਧੀਆ ਚੀਜ਼ਾਂ ਦੇਈ ਜਾ। ਉਹ ਜਿਹੜੀ ਛਾਂਟੇ ਵਾਲੀ ਵੀਡੀਓ ਥੋੜੇ ਦਿਨਾਂ ਦੀ ਹੀ ਆ, ਉਸ ਤੋਂ ਪਹਿਲਾਂ ਇੱਕ ਥੱਪੜ ਵਾਲੀ ਵੀਡੀਓ ਯਾਦ ਆ, ਦਿੱਲੀ ਦੀ ਗੱਲ ਹੈ ਸ਼ਾਇਦ। ਸੁਸ਼ਮਾ ਦਾ ਪ੍ਰਚਾਰ ਕਰ ਰਿਹਾ ਇੱਕ ਪਾਸਟਰ, ਇੱਕ ਔਰਤ ਆਈ, ਉਹਨੇ ਆ ਕੇ ਪਾਸਟਰ ਦੇ ਮੂੰਹ ਤੇ ਮਾਰ ਦਿੱਤੀ। ਤੇ ਸਾਡੇ ਜੇ ਪੰਜਾਬ ਦਾ ਪਾਸਟਰ ਹੁੰਦਾ ਉਹਨੇ ਅੱਗੋਂ ਫੜ ਲੈਣਾ। ਸ਼ੁਕਰ ਕਰੋ ਕਿੱਧਰ ਦਾ ਸੀ, ਉਹ ਆਤਮਿਕ ਪਾਸਟਰ ਸੀ, ਉਹਨੂੰ ਪਤਾ ਪ੍ਰਭੂ ਦੇ ਲਈ ਮਾਰ ਖਾਣੀ ਪੈਣੀ। ਪ੍ਰਭੂ ਕਹਿੰਦਾ ਜੇਕਰ ਉਹ ਇੱਕ ਗੱਲ ਤੇ ਚਪੇੜ ਮਾਰਦਾ ਕੀ ਕਰ। ਹੁਣ ਜਦ ਮੰਨ ਲਓ ਇੱਥੇ ਤੋਂ ਆ ਜਾ ਮੈਨੂੰ ਟਾਲੇ, ਮੈਂ ਫੜ ਲਓ ਇਹਨੂੰ, ਆਪਣੇ ਸਾਥੀ ਨੂੰ ਮੈਂ ਕਹਿਣਾ ਇਹਨੂੰ ਕਰੋ ਚਿੱਟੇ ਚੌਲਾਂ ਵਰਗਾ। ਪਰ ਮੇਰੇ ਪਿਆਰੇ ਯਾਦ ਮੈਂ ਤੁਹਾਨੂੰ ਪਤਾ ਇਹ ਚਪੇੜ ਮੈਂ ਕਿਹਦੇ ਕਰਕੇ ਖਾਧੀ ਆ। ਇਸ ਥੱਪੜ ਦਾ, ਇਹ ਛਾਂਟੇ ਦਾ ਸਵਰਗ 'ਚ ਵੱਡਾ ਅਜਰ ਮੇਰੇ ਨਾਲ ਆਇਆ। ਜੇ ਕਿਤੇ ਪ੍ਰਭੂ ਦੇ ਕਾਰਨ ਤੁਹਾਨੂੰ ਕਿਤੇ ਥੋੜਾ ਬਹੁਤਾ ਦੁੱਖ, ਪਰੇਸ਼ਾਨੀ, ਨਿੰਦਿਆ, ਬਦਨਾਮੀ ਸਹਿਣੀ ਵੀ ਪੈਂਦੀ ਹੈ ਤੇ ਸਹਿ ਲਿਓ। ਕਹਿੰਦਾ ਖੁਸ਼ ਹੋ ਕੇ ਕੀ ਕਰਿਓ, ਉਹਨੇ ਵੀ ਕੀ ਕਰ ਲਈ ਸੀ। ਹਾਲੇਲੂਇਆ, ਹਾਲੇਲੂਇਆ। ਕਿੱਧਰ ਚੱਲ ਪਏ ਅਸੀਂ? ਕੀ ਚਾਹੀਦਾ ਸਾਨੂੰ? ਅਸੀਂ ਕਹਿੰਦੇ ਸਾਡੀ ਇੱਜ਼ਤ ਬਣੇ, ਸਾਨੂੰ ਲੋਕ ਸਲਾਮਾਂ ਕਰਨ, ਸਾਨੂੰ ਸਲੂਟਾਂ ਮਾਰਨ। ਪਰ ਪ੍ਰਭੂ ਨੇ ਤੇ ਉਲਟ ਕਿਹਾ ਸੀ, ਕਹਿੰਦਾ ਮੇਰੇ ਕਾਰਨ ਕੀ ਕਰੇ ਹੋਣਾ ਜੇ ਤੁਹਾਡੇ ਨਾਲ, ਤੁਹਾਡੇ ਘਰ ਦੇ ਤੁਹਾਡੇ ਕੀ ਹੋ ਜਾਣੇ ਨੇ। ਬਾਹਰ ਤੇ ਮੈਂ ਗੱਲ ਹੀ ਨਹੀਂ ਕਹਿੰਦਾ ਕਰਦਾ, ਬਾਹਰ ਤੇ ਦੁਨੀਆ ਤੇ ਹੋ ਜਾਣੀ, ਤੁਹਾਡੇ ਘਰ ਦੇ ਵੀ ਕੀ ਹੋ ਜਾਣਾ ਹੈ। ਅੱਜ ਇਸ ਗੱਲ ਤੋਂ ਕਿਤੇ ਕੋਸੋਂ ਦੂਰ ਹੋ ਗਏ। ਜਦੋਂ ਐਸੀਆਂ ਗੱਲਾਂ ਹੋਣ ਲੱਗਣ ਪੈਣ, ਜਦੋਂ ਤੁਹਾਡੇ ਘਰ 'ਚ ਤੁਹਾਡਾ ਵਿਰੋਧ ਸ਼ੁਰੂ ਹੋ ਜਾਵੇ, ਦੁਨੀਆ ਦੇ ਤੁਹਾਡਾ ਵਿਰੋਧ ਸ਼ੁਰੂ ਹੋ ਜਾਵੇ, ਮਸੀਹ ਦੇ ਕਾਰਨ ਤੁਹਾਨੂੰ ਲੋਕ ਬੋਲੀਆਂ ਮਾਰਨ, ਤੇ ਲਿਖਿਆ ਇਹਨੂੰ ਸੰਪੂਰਨ ਆਨੰਦ ਦੀ ਕੀ ਕਰੇਗਾ। ਗੱਲ ਜਾਣਿਓ ਪਿਤਾ ਤੇਰੇ ਕਰਕੇ ਸਭ ਕੁਝ ਕਰ ਰਿਹਾ, ਮੈਂ ਤੇਰੀ ਬਾਣੀ ਨੂੰ ਪਹਿਲ ਦੇਣਾ। ਤੇਰੀ ਬਾਣੀ ਨੇ ਕਿਹਾ ਮੈਂ ਕਰਾਂਗਾ, ਮੈਂ ਮੁੜ ਕੇ ਜਵਾਬ ਵੀ ਨਹੀਂ ਦੇਣਾ। ਹਾਲੇਲੂਇਆ, ਹਾਲੇਲੂਇਆ। ਇਹ ਵੀ ਇੱਕ ਆਸ਼ੀਸ਼ ਹੈ। ਜੇਕਰ ਤੁਸੀਂ ਅੱਜ ਤੱਕ ਪਰਮੇਸ਼ਰ ਦੇ ਕਾਰਨ ਕਦੇ ਦੁੱਖ ਚੱਲਿਆ, ਤੁਸੀਂ ਕੈਪਟਨ ਸੈਮੂਅਲ ਜੀ ਦੇ ਬਾਰੇ ਜਾਣਦੇ ਹੋ ਨਾ, ਉਹ ਕੀ ਕਹਿੰਦੇ ਨੇ ਆਪਣੀ ਗਵਾਹੀਆਂ 'ਚ? ਕਹਿੰਦੇ 18 ਵਾਰ ਮੈਂ ਪ੍ਰਭੂ ਦੇ ਕਾਰਨ ਕੀ ਖਾਧੀ ਹੈ। 18 ਵਾਰ ਲੋਕਾਂ ਨੇ ਉਹਨਾਂ ਨੂੰ ਐਸਾ ਮਾਰਿਆ ਕਿ ਮੁਰਦੇ ਵਾਂਗੂ ਕਰਕੇ ਕੀ ਕਰਦੇ ਸੀ। ਪਰ ਉਹ ਕਹਿੰਦੇ ਮੇਰੇ ਲਈ ਇਹ ਕੀ ਹੈ, ਮੇਰੇ ਲਈ ਆਨੰਦ ਦੀ ਗੱਲ ਕਿ ਕਿਹਦੇ ਕਾਰਨ ਮਾਰ ਖਾ ਰਿਹਾ ਮੈਂ। ਇਸ ਚੀਜ਼ ਨੂੰ ਜਰਾ ਸੋਚ ਕੇ ਦੇਖੇ, ਇਸ ਚੀਜ਼ ਦੀ ਜਰਾ ਗਰਮਿਆਂ ਨੂੰ ਦੇਖਿਓ ਕਿ ਕਹਿੰਦੀ ਕੀ ਹੈ ਚੀਜ਼, ਕਿਹਦੇ ਕਾਰਨ ਮਾਰ ਖਾ ਰਹੇ ਸੀ, ਕਿਹਦੇ ਕਾਰਨ ਦੁੱਖ ਚੱਲ ਰਹੇ ਆ। ਕਹਿੰਦੇ ਜੇ ਪੜ੍ਹੋ ਦੁਬਾਰਾ ਜੀ, ਇਹਦੇ ਵਿੱਚ ਤੁਸੀਂ ਵੱਡਾ ਆਨੰਦ ਕਰਦੇ ਹੋ। ਕਹਿੰਦਾ ਇਹਦੇ ਵਿੱਚ ਤੁਸੀਂ ਇੱਕ ਵੱਡਾ ਆਨੰਦ ਕਰਦੇ ਹੋ, ਭਾਵੇਂ ਹੁਣ ਥੋੜਾ ਕੋ ਚਿਰ ਜੇਕਰ ਲੋੜਿੰਦਾ ਹੋਵੇ। ਕਹਿੰਦਾ ਜੇਕਰ ਥੋੜਾ ਜਿਹਾ ਚਿਰ ਲੋੜ ਪਵੇ ਤਾਂ ਭਾਂਤ ਭਾਂਤ ਦੇ ਪਰਤਾਵਿਆਂ ਨਾਲ ਦੁਖੀ ਹੋਏ ਹੋ। ਕਹਿੰਦਾ ਭਾਂਤ ਭਾਂਤ ਦੇ ਪਰਤਾਵਿਆਂ ਨਾਲ ਤੁਹਾਨੂੰ ਕੀ ਕਰਦਾ ਵਾਂ ਮੈਂ। ਤੂੰ ਬੋਲੋ ਜੀ, ਮੈਨੂੰ ਜਰਾ ਹੁਣ ਜਨਤਾ ਜਵਾਬ ਦੇਵੇ ਕਿ ਜੇਕਰ ਉਹਨੂੰ ਲੋੜ ਪਵੇ ਤੇ ਉਹ ਥੋੜਾ ਜਿਹਾ ਦੁਖੀ ਕਰ ਲੈ ਤੁਹਾਨੂੰ। ਬੋਲੋ ਬੋਲੋ, ਕੋਈ ਨਹੀਂ, ਇੱਥੇ ਰੱਖ ਦੋ, ਇੱਥੇ ਰੱਖ ਦੋ, ਇਹਨਾਂ ਨੂੰ ਬਿਠਾ ਦੋ। ਇੱਥੇ ਪ੍ਰੀਪੇਡ ਕੰਮ ਨਹੀਂ ਚੱਲਦਾ, ਪੋਸਟਪੇਡ ਹੈ। ਹਾਲੇਲੂਇਆ। ਪਰ ਕਈਆਂ ਦੇ ਨਹੀਂ ਚੱਲਦਾ ਜੀ, ਪਹਿਲਾਂ ਪੇ ਕਰਨਾ ਪੈਂਦਾ ਫਿਰ ਬਹਿਣਾ ਪੈਂਦਾ। ਇੱਥੇ ਪ੍ਰਵੇਸ਼ ਕਹਿੰਦਾ ਬਹੁਤ ਚੰਗਾ ਲੱਗੇ ਤੇ ਦਾਓ, ਨਹੀਂ ਤੇ ਕਰਾਂ। ਹਾਂਜੀ, ਹੁਣ ਦੱਸੋ ਜੀ ਪ੍ਰਭੂ ਕੀ ਕਹਿੰਦਾ? ਕਹਿੰਦਾ ਜੇਕਰ ਲੋੜ ਪਵੇ ਤੇ ਮੈਂ ਕਿਸੇ ਨੂੰ ਭੇਜਾਂ, ਤੁਹਾਨੂੰ ਕੀ ਕਰੇ ਥੋੜਾ ਜਿਹਾ। ਪਰ ਇਹ ਗੱਲ ਤੁਹਾਡੇ ਲਈ ਕੀ ਹੋਵੇਗੀ? ਬੋਲੋ ਜੀ, ਕਿੰਨੇ ਜਣੇ ਕਹਿੰਦੇ ਅਸੀਂ ਪਰਮੇਸ਼ਰ ਦੇ ਕਾਰਨ ਦੁੱਖ ਚੱਲਣ ਨੂੰ ਵੀ ਕੀ ਆ। ਵੇਖੋ ਵੇਖੀ ਨਾ ਕਰਿਓ, ਦਿਲ ਦੀ ਗਹਿਰਾਈਆਂ ਤੋਂ ਕਰਿਓ ਗੱਲ। ਹਾਲੇਲੂਇਆ। ਜੇ ਇਸ ਗੱਲ ਨੂੰ ਤੁਸੀਂ ਆਨੰਦ ਦੀ ਗੱਲ ਮੰਨ ਲਓਗੇ ਨਾ, ਹਮੇਸ਼ਾ ਸਵਰਗ 'ਚ ਆਨੰਦ 'ਚ ਹੀ ਰਹੋਗੇ ਤੁਸੀਂ। ਹਾਲੇਲੂਇਆ। ਜੇਕਰ ਲੋੜ ਪਵੇ ਤੇ ਥੋੜਾ ਚਿਰ ਕੀ ਕਰ ਲਿਆ। ਹਾਲੇਲੂਇਆ, ਹਾਲੇਲੂਇਆ। ਅੱਗੇ ਵਧਦੇ ਹਾਂ ਜੀ। 10 ਤੋਂ ਪੜ੍ਹੀਏ।
ਇਸੇ ਮੁਕਤੀ ਦੇ ਵਿਖੇ ਉਹਨਾਂ ਨਬੀਆਂ ਨੇ ਵੱਡੀ ਭਾਲ ਅਤੇ ਖੋਜ ਵਿਚਾਰ ਕੀਤੀ, ਜਿਨ੍ਹਾਂ ਉਸ ਕਿਰਪਾ ਤੁਹਾਡੇ ਉੱਤੇ ਹੋਣ ਵਾਲੀ ਸੀ ਅਗੰਮ ਵਾਕ ਕੀਤਾ। ਹਾਂਜੀ, ਅਤੇ ਇਹ ਕੀ ਹੋਣ ਵਾਲੀ ਸੀ? ਬਸ ਇਹੋ ਪੜ੍ਹ ਦੋ, ਇੱਥੋਂ ਸਭ ਕੁਝ ਪਤਾ ਲੱਗ ਜਾਂਦਾ। ਦੁਬਾਰਾ ਪੜ੍ਹੋ। ਇਸੇ ਮੁਕਤੀ ਦੇ ਵਿਖੇ ਉਹਨਾਂ ਨਬੀਆਂ ਨੇ ਵੱਡੀ ਭਾਲ ਅਤੇ ਖੋਜ ਵਿਚਾਰ ਕੀਤੀ। ਕਹਿੰਦੇ ਇਸੇ ਮੁਕਤੀ ਦੇ ਵਿਖੇ ਪੁਰਾਣੇ ਨਬੀਆਂ ਨੇ ਵੱਡੀ ਖੋਜ ਤੇ ਭਾਲ ਕੀਤੀ। ਹਾਂ, ਜਿਨ੍ਹਾਂ ਵਿੱਚ ਕਿਰਪਾ ਦੇ ਵਿਖੇ ਤੋਂ ਤੁਹਾਡੇ ਉੱਤੇ ਹੋਣ ਵਾਲੀ ਸੀ। ਕਹਿੰਦਾ ਉਹ ਕਿਰਪਾ ਦੇ ਵਿਖੇ, ਇੱਕ ਕਿਰਪਾ ਜਿਹਨੂੰ ਫਜ਼ਲ ਵੀ ਕਹਿੰਦੇ ਨੇ, ਅਨੁਗ੍ਰਹਿ ਵੀ ਕਹਿੰਦੇ ਨੇ, ਕਹਿੰਦਾ ਉਹ ਜੋ ਤੁਹਾਡੇ ਤੇ ਹੋਣ ਵਾਲਾ ਸੀ, ਹਾਂ, ਤੁਹਾਡੇ ਲਈ ਅਗੰਮ ਵਾਕ ਕੀਤਾ। ਤੁਹਾਡੇ ਲਈ ਕੀ ਕੀਤਾ? ਕਿ ਹੈ ਅੰਤ ਦੇ ਉਠਾਏ ਜਾਣ ਵਾਲੇ ਲੋਕੋ, ਤੁਹਾਡੇ ਤੇ ਕੀ ਹੋਣ ਵਾਲੀ ਆ? ਕੀ ਹੋਣ ਵਾਲੀ ਹੈ ਜੀ? ਉਹ ਕਿਰਪਾ ਜਿਹਦੇ ਬਾਰੇ ਪਲੂਸ ਨੂੰ ਪਰਮੇਸ਼ਰ ਨੇ ਕਿਹਾ ਸੀ, ਮੇਰੀ ਕਿਰਪਾ, ਮੇਰਾ ਅਨੁਗ੍ਰਹਿ ਜਾਂ ਮੇਰਾ ਫਜ਼ਲ ਹੀ ਤੇਰੇ ਲਈ ਕੀ ਆ? ਅੱਜ ਕਿਰਪਾ ਦਾ ਵਰਦਾਨ ਸਾਡੇ ਲਈ ਸਭ ਕੁਝ ਹੈ। ਕੀ ਚਾਹੀਦਾ ਹੁਣ ਦੇ ਸਮੇਂ? ਸਾਨੂੰ ਕੀ ਚਾਹੀਦੀ ਜੀ ਉਹਦੀ? ਹੈ ਨਾ? ਬੋਲੋ ਚਾਹੀਦੀ? ਹੱਥ ਖੜਾ ਕਰੋ ਜੀ। ਹਾਲੇਲੂਇਆ ਬੋਲੋ ਜਰਾ, ਚਾਹੀਦੀ ਹੈ। ਕਿਰਪਾ ਖੁਸ਼ੀ ਦੀ ਗੱਲ ਹੈ ਨਾ। ਕੀ ਚਾਹੀਦੀ ਹੈ ਜੀ? ਆ ਰੂਪੇ ਭਾਜੀ ਹੁਣ ਕਿਰਪਾ ਵੇਖਣ ਲਈ ਜਾ ਰਹੇ ਸੀ, ਕਿਰਪਾ ਚੀਜ਼ ਕੀ ਹੈ। ਤੇ ਫਿਰ ਮੈਂ ਦੁਬਾਰਾ ਫਿਰ ਹਾਲੇਲੂਇਆ ਨਾਰੇ ਮਰਵਾਵਾਂਗਾ ਵੀ ਹੁਣ ਦੱਸੋ, ਹੁਣ ਬਾਹਰੋਂ ਆਹ ਪੜ੍ਹਦੇ ਆ ਜੀ ਤਿਤਸ ਦੀ ਕਿਤਾਬ 2 ਅਧਿਆਇ ਉਹਦੇ 11 ਤੋਂ ਲੈ ਕੇ 14 ਤੱਕ। ਤੇ ਜੇਕਰ ਕਿਰਪਾ ਨੇ ਇਹ ਕੰਮ ਤੁਹਾਡੇ ਜੀਵਨ 'ਚ ਕਰ ਦਿੱਤੇ ਨਾ, ਤੇ ਸੱਚਮੁੱਚ ਇਸ ਕੰਮ ਦੀ ਹੀ ਤੁਹਾਨੂੰ ਜ਼ਰੂਰਤ ਹੈ। ਕਰੀਏ। ਹਾਂਜੀ, ਤਿਤਸ 2 ਅਧਿਆਇ ਉਹਦਾ 11 ਤੋਂ ਲੈ ਕੇ 14 ਤੱਕ। ਕਿਉਂ ਜੋ ਪਰਮੇਸ਼ਵਰ ਦੀ ਕਿਰਪਾ ਸਭਨਾ ਮਨੁੱਖਾਂ ਦੀ ਮੁਕਤੀ ਲਈ ਪ੍ਰਗਟ ਹੋਈ। ਹਾਂ, ਕਹਿੰਦਾ ਪਰਮੇਸ਼ਰ ਦੀ ਕਿਰਪਾ ਸਭਨਾ ਮਨੁੱਖਾਂ ਦੀ ਮੁਕਤੀ ਦੇ ਲਈ ਕੀ ਹੋਈ ਆ? ਪ੍ਰਗਟ ਹੋਈ। ਹਾਂ, ਅਤੇ ਸਾਨੂੰ ਤਾੜਨਾ ਦਿੰਦੀ ਹੈ। ਔਰ ਸਾਨੂੰ ਕੀ ਕਰਦੀ ਹੈ ਜੀ? ਤਾੜਨਾ ਕੀ ਹੁੰਦੀ ਹੈ? ਝਿੜਕਣਾ, ਡਾਂਟਣਾ, ਹੋ ਸਕੇ ਦੇ ਡੰਡੇ ਵੀ। ਕਿਰਪਾ ਕੀ ਕਰੇਗੀ ਤੁਹਾਨੂੰ ਆ ਕੇ? ਕਿਰਪਾ ਤੁਹਾਨੂੰ ਤਾੜਨਾ ਦੇਵੇਗੀ। ਬੰਦੇ ਦਾ ਪੁੱਤ ਬਣ ਜਾ। ਪੰਜਾਬੀ ਜੀ ਕੀ ਕਹੇਗੀ ਆ ਕੇ? ਬੰਦਾ ਬਣ ਜਾ, ਸਿੱਧਾ ਹੋ ਜਾ। ਇਹ ਕਿਰਪਾ ਤੁਹਾਨੂੰ ਤਾੜਨਾ ਦੇਵੇਗੀ। ਹਾਂ, ਅਤੇ ਸਾਨੂੰ ਤਾੜਨਾ ਦਿੰਦੀ ਹੈ ਕਿਹੜੀਆਂ ਗੱਲਾਂ ਤੋਂ ਤਾੜਨਾ ਦਿੰਦੀ ਆ? ਹਾਂ, ਭਈ ਅਸੀਂ ਅਭਗਤੀ ਕਿ ਅਭਗਤੀ, ਸਭ ਤੋਂ ਪਹਿਲਾਂ ਸਾਨੂੰ ਅਭਗਤੀ ਸਿਖਾਵੇ। ਅਸੀਂ ਆਪਣੇ ਵੱਲੋਂ ਤਾਂ ਭਗਤੀ ਕਰ ਰਹੇ ਹੁੰਦੇ ਆ, ਆਪਣੇ ਲਈ ਅਸੀਂ ਆਰਾਧਨਾ ਕਰ ਰਹੇ, ਆਪਣੇ ਵੱਲੋਂ ਅਸੀਂ ਭਗਤੀ ਕਰ ਰਹੇ ਆ, ਪਰ ਕਿਸ ਤੁਸੀਂ ਇਹਦੀ ਪੁੱਛਿਆ ਪਰਮੇਸ਼ਰ ਇਹ ਭਗਤੀ, ਇਹ ਆਰਾਧਨਾ, ਇਹ ਪ੍ਰਾਰਥਨਾ, ਇਹ ਮੀਟਿੰਗ ਤੈਨੂੰ ਪਸੰਦ ਵੀ ਹੈ ਕਿ ਨਹੀਂ? ਮੇਰੇ ਇਸ ਤਰ੍ਹਾਂ ਦਾ ਆਰਾਧਨਾ ਦਾ ਜੀਵਨ, ਮੇਰੇ ਇਸ ਤਰ੍ਹਾਂ ਦੀ ਆਰਾਧਨਾ ਕੀ ਤੈਨੂੰ ਤੇਰੀ ਮਰਜ਼ੀ ਪੂਰੀ ਕਰ ਰਹੀ ਹੈ ਕਿ ਨਹੀਂ ਹੈ? ਜੇਕਰ ਤੁਹਾਡੀਆਂ ਕੀਤੀਆਂ ਪ੍ਰਾਰਥਨਾਵਾਂ, ਤੁਹਾਡੀਆਂ ਕੀਤੀਆਂ ਬੰਦਗੀਆਂ ਤੁਹਾਡੀ ਆਪਣੀ ਮਰਜ਼ੀ ਦੇ ਅਨੁਸਾਰ ਆ ਨਾ, ਤੇ ਫਿਰ ਉਹ ਅਭਗਤੀ ਆ, ਭਗਤੀ ਨਹੀਂ ਆ। ਇਹ ਕਿਰਪਾ ਸਾਨੂੰ ਸਭ ਤੋਂ ਪਹਿਲਾਂ ਕੀ ਸਿਖਾਏਗੀ? ਯਾਦ ਹੈ ਕਟਿਆਲ ਦੀ ਕਨਵੈਨਸ਼ਨ 'ਚ ਮੈਂ ਗੱਲ ਕਹੀ ਸੀ, ਕਿਰਪਾ ਇੱਕ ਮਿਸਤਰੀ ਆ। ਕਿਰਪਾ ਕੀ ਹੈ? ਇੱਕ ਇਹ ਮਿਸਤਰੀ ਆ। ਇਹ ਜਦੋਂ ਤੁਹਾਡੇ ਜੀਵਨ 'ਚ ਆਉਂਦਾ ਆ, ਤੁਹਾਡੀਆਂ ਕਮੀਆਂ ਨੂੰ ਠੀਕ ਕਰਦਾ ਹੈ, ਤੁਹਾਨੂੰ ਆਤਮਿਕ ਤੌਰ ਤੇ ਸਿੱਧ ਕਰਦਾ, ਤੁਹਾਨੂੰ ਆਤਮਿਕ ਤੌਰ ਤੇ ਸਹੀ ਕਰਦਾ ਹੈ। ਅੱਜ ਜੇਕਰ ਦੁਨੀਆ ਨੂੰ ਸਭ ਤੋਂ ਵੱਧ ਕੇ ਜੇਕਰ ਕਿਸੇ ਚੀਜ਼ ਦੀ ਜ਼ਰੂਰਤ ਆ, ਉਹ ਆ ਪਰਮੇਸ਼ਰ ਦੀ ਕਿਰਪਾ, ਜਿਹੜੀ ਸਾਨੂੰ ਕੀ ਕਰੇਗੀ? ਸਾਡੇ ਗਲਮਿਓਂ ਫੜੇਗੀ। ਤਾੜਨਾ ਕਰਦੇ ਵੇਖੇ ਕਿਸੇ ਨੂੰ? ਕਿੱਥੋਂ ਫੜਦੇ? ਇੱਥੋਂ ਫੜੇਗੀ, ਕਹੇਗੀ ਭਗਤ ਬਣ, ਆਪਣੀ ਮਰਜ਼ੀ ਦੀ ਆਰਾਧਨਾ ਬੰਦ ਕਰ, ਆਪਣੀ ਮਰਜ਼ੀ ਦੀ ਭਗਤੀ ਬੰਦ ਕਰ, ਆਪਣੀ ਮਰਜ਼ੀ ਦੇ ਨਾਲ ਪਰਮੇਸ਼ਰ ਦੇ ਕਦਮਾਂ 'ਚ ਆਉਣਾ ਬੰਦ ਕਰ। ਜਿਸ ਤਰ੍ਹਾਂ ਤੈਨੂੰ ਪਰਮੇਸ਼ਰ ਕਹਿੰਦਾ ਉਸ ਤਰ੍ਹਾਂ ਦੀ ਭਗਤੀ ਕਰ। ਸਾਮਰੀ ਟੀਵੀ ਨਾਲ ਥੋੜਾ ਜਿਹਾ ਭੇਦ ਖੋਲਿਆ ਸੀ ਪਰਮੇਸ਼ਰ ਨੇ। ਬੀਜੀ ਬੈਠ ਜਾਓ, ਉੱਥੇ ਬੈਠ ਜਾਓ।
ਬੈਠ ਜਾ। ਸਾਮਰੀ ਤੀਵੀ ਦੇ ਨਾਲ ਥੋੜਾ ਜਿਹਾ ਭੇਦ ਖੋਲਿਆ ਸੀ ਉਹਨੇ। ਸਾਮਰੀ ਤੀਵੀ ਕਹਿੰਦੀ ਭਗਤ ਕਿੱਥੇ ਜਾਣੇ ਚਾਹੀਦੇ ਨੇ? ਉਹ ਪਹਾੜ ਦੀ ਟੀਸੀ ਚੜ ਕੇ ਕੀ ਕਰਨੀ ਚਾਹੀਦੀ ਹੈ? ਕਹਿੰਦਾ ਹੁਣ ਪਹਾੜ ਦੀ ਟੀਸੀ ਤੇ ਜਾਣ ਦੀ ਜ਼ਰੂਰਤ ਨਹੀਂ ਹੈ। ਹੁਣ ਅਸੀਂ ਤਾਂ ਸਾਜ਼ ਰੱਖੇ ਨੇ ਬੜੇ, ਇਹਨਾਂ ਨਾਲ ਵੀ ਭਗਤੀ ਨਹੀਂ ਹੁੰਦੀ, ਇਹਨਾਂ ਨਾਲ ਆਰਾਧਨਾ ਨਹੀਂ। ਨਾ ਸੋਚੋ ਸਾਜ਼ ਵੱਜਣਗੇ ਕੀ ਹੋਏਗੀ? ਸਾਜ਼ਾਂ ਨਾਲ ਆਰਾਧਨਾ ਨਹੀਂ ਹੁੰਦੀ, ਆਰਾਧਨਾ ਰੂਹ ਤੇ ਸਚਾਈ ਦੇ ਨਾਲ ਹੁੰਦੀ। ਮੇਰੇ ਪਿਆਰਿਓ, ਤੁਹਾਨੂੰ ਗਾਉਣਾ ਆਵੇ ਚਾਹੇ ਨਾ ਆਵੇ, ਕੋਈ ਸੁਰ ਤੁਹਾਡੇ ਗਲ 'ਚ ਹੋਵੇ ਚਾਹੇ ਨਾ ਹੋਵੇ, ਤੁਹਾਡੀ ਰੂਹ ਦੇ ਵਿੱਚ ਸਚਾਈ ਹੋਣੀ ਚਾਹੀਦੀ ਆ। ਚਾਹੇ ਤੁਸੀਂ ਬੇਸੁਰਾ ਗਾ ਰਹੇ ਹੋ, ਸਵਰਗ ਦਾ ਪਰਮੇਸ਼ਰ ਸੁਣੇਗਾ। ਫਿਰ ਕਿਹੜੀਆਂ ਭਗਤੀਆਂ ਕਰਨ ਤੁਰ ਪਏ ਅਸੀਂ? ਉਹਨੂੰ ਸਾਡੀ ਗਲੇ ਦੀ ਚੰਗੀ ਆਵਾਜ਼ ਨਹੀਂ ਚਾਹੀਦੀ, ਉਹਨੂੰ ਸਾਡਾ ਸੋਹਣਾ ਰੂਪ ਨਹੀਂ ਚਾਹੀਦਾ, ਸਾਡੇ ਚੰਗੇ ਕੱਪੜੇ ਨਹੀਂ ਚਾਹੀਦੇ, ਚੰਗੇ ਮੈਟ, ਚੰਗੀਆਂ ਦਰੀਆਂ ਨਹੀਂ ਚਾਹੀਦੀਆਂ। ਜਿੱਥੇ ਬਹੋਗੇ, ਸੜਕ 'ਚ ਬਹੋਗੇ, ਤਾਂ ਘਰ 'ਚ ਬਹੋਗੇ, ਦਰਖਤ ਤੇ ਕੋਠੇ ਤੇ ਚਲੋਗੇ, ਭਾਵੇਂ ਪੈਲੀ 'ਚ ਹੋਵੋਗੇ, ਕਹਿੰਦਾ ਜਿੱਥੇ ਦੋ ਜਣੇ ਮੇਰੇ ਨਾਮ ਤੇ ਹਾਜ਼ਰ ਹੋ ਜਾਣਗੇ, ਮੈਂ ਉਹਨਾਂ 'ਚ ਕੀ ਹੋ ਜਾਵਾਂਗਾ। ਸਮਝ ਆ ਰਹੀ ਹੈ ਜੀ? ਉਹ ਭਗਤੀ ਕਰਨਾ ਸਿਖਾਏਗਾ ਸਭ ਤੋਂ ਪਹਿਲਾਂ, ਕਿਉਂਕਿ ਬਿਨਾਂ ਭਗਤੀ ਉਹਨੂੰ ਖੁਸ਼ ਕਰਨਾ ਕੀ ਆ? ਅਸੰਭਵ ਆ। ਕਿਰਪਾ ਕੀ ਆਗੇ ਕੀ ਕਰੇਗੀ ਜੀ? ਤੂੰ ਭਗਤੀ ਕਿਸ ਤਰ੍ਹਾਂ ਕਰਨੀ ਪਹਿਲਾਂ ਇਹ ਸਿੱਖ। ਅੱਗੇ ਜੀ, ਭਗਤੀ ਅਤੇ ਸੰਸਾਰੀ ਵਿਸ਼ਿਆਂ ਤੋਂ ਮਨ ਫੇਰ ਕੇ। ਤੇ ਕੀ ਕਹਿੰਦੀ? ਕਿੰਨੋਂ ਕਿੱਥੋਂ ਮਨ ਫੇਰ? ਪਹਿਲਾਂ ਸਾਨੂੰ ਭਗਤ ਬਣਾਉਂਦੀ, ਫਿਰ ਸਾਨੂੰ ਕੀ ਕਹਿੰਦੀ ਆ? ਇਹ ਸੰਸਾਰਕ ਵਿਸ਼ਿਆਂ ਤੋਂ ਕੀ ਕਰ ਲਵੀਂ? ਮਨ ਫੇਰ ਲਈ। ਇਹ ਸੰਸਾਰਕ ਵਿਸ਼ਿਆਂ ਤੋਂ ਮਨ ਫੇਰ। ਹਾਂ, ਇਸ ਵਰਤਮਾਨ ਯੁੱਗ ਵਿੱਚ ਤੇ ਇਸ ਵਰਤਮਾਨ ਯੁੱਗ ਦੇ ਵਿੱਚ ਉਹ ਗੱਲ ਜਿਹੜੀ ਪਹਿਲਾਂ ਕੀਤੀ ਸੀ ਅਸੀਂ, ਕਿ ਇਹ ਜਿਹੜਾ ਵਰਤਮਾਨ ਸਮਾਂ ਚੱਲ ਰਿਹਾ ਹੈ, ਇਸ ਸਮੇਂ ਨੂੰ ਪਹਿਚਾਣੋ। ਇਹ ਸਮਾਂ ਅੰਤ ਦਾ ਸਮਾਂ ਆ, ਅੰਤ ਦਾ ਸਮਾਂ ਆ। ਯਿਸੂ ਮਸੀਹ ਕੀ ਕਰਨ ਵਾਲਾ। ਅਸੀਂ ਸ਼ੁਰੂਆਤ ਵਰਗੀਆਂ ਗੱਲਾਂ ਨਹੀਂ ਕਰ ਸਕਦੇ, ਅਸੀਂ ਸ਼ੁਰੂਆਤ ਵਰਗਾ ਜੀਵਨ ਨਹੀਂ ਜੀ ਸਕਦੇ। ਸਾਨੂੰ ਕੀ ਕਰਨਾ ਪਵੇਗਾ ਜੀ? ਇਸ ਵਰਤਮਾਨ ਯੁੱਗ ਦੇ ਵਿੱਚ, ਹਾਂ, ਅਤੇ ਇਸ ਵਰਤਮਾਨ ਯੁੱਗ ਦੇ ਵਿੱਚ ਸੁਰਤ, ਧਰਮ ਅਤੇ ਭਗਤੀ ਨਾਲ ਉਮਰ ਬਤੀਤ ਕਰੀਏ। ਹਾਂ, ਕੀ ਕਰੇਗਾ? ਕਹਿੰਦਾ ਸਭ ਤੋਂ ਪਹਿਲਾਂ ਤੂੰ ਹੋਸ਼ ਸੰਭਾਲ, ਤੂੰ ਕਿਹੜੇ ਸਮੇਂ 'ਚ ਆ? ਯਿਸੂ ਮਸੀਹ ਦੇ ਦੁਬਾਰਾ ਆ ਕੇ ਉਠਾਏ ਜਾਣ ਵਾਲੇ ਸਮੇਂ 'ਚ ਜਾਂ ਕਿਹੜੇ 'ਚ ਆ? ਤੁਸੀਂ ਕਿਹੜੇ 'ਚ? ਬੋਲੋ ਜੀ। ਤਾਂ ਹੀ ਤੇ ਪਲੂਸ ਦੇ ਜੀਵਨ ਜੋ ਮੁਸ਼ਕਲ ਸੀ, ਲਿਖਿਆ ਨਹੀਂ ਗਿਆ ਬਿਮਾਰੀ ਆ ਕੀ ਆ, ਪਰ ਮੁਸ਼ਕਲ 'ਚ ਸੀ ਉਹ। ਲਿਖਿਆ 3 ਵਾਰ ਮੈਂ ਦੁਆ ਕੀਤੀ ਆ। ਜਵਾਬ ਕੀ ਆਇਆ ਜੀ? ਕਹਿੰਦਾ ਪਲੂਸ, ਤੈਨੂੰ ਇਸ ਸਮੇਂ ਦੇ ਵਿੱਚ ਕਿਸੇ ਹੋਰ ਚੀਜ਼ ਦੀ ਜ਼ਰੂਰਤ ਨਹੀਂ ਆ, ਤੈਨੂੰ ਮੇਰੇ ਫਜ਼ਲ, ਮੇਰੀ ਕਿਰਪਾ, ਮੇਰੇ ਅਨੁਗ੍ਰਹਿ ਦੀ ਜ਼ਰੂਰਤ ਆ। ਇਹ ਮੇਰੀ ਕਿਰਪਾ ਹੀ ਤੇਰੇ ਲਈ ਕੀ ਆ? ਇਹ ਤੈਨੂੰ ਸਿਖਾ ਦੇਗੀ ਭਗਤੀ ਕਿਸ ਤਰ੍ਹਾਂ ਕਰਨੀ ਆ। ਇਹ ਤੈਨੂੰ ਸਿਖਾ ਦੇਗੀ ਇਸ ਵਰਤਮਾਨ ਯੁੱਗ 'ਚ ਚੱਲਣਾ ਕਿਸ ਤਰ੍ਹਾਂ ਆ। ਇਹ ਤੈਨੂੰ ਸਿਖਾ ਦੇਗੀ ਕਿਸ ਤਰ੍ਹਾਂ ਪਰਮੇਸ਼ਰ ਨੂੰ ਪਾਉਂਦੇ ਕੰਮ ਕੀ ਕਰਨੇ ਨੇ। ਤੂੰ ਉਹੀ ਕਰ। ਆਪਣੀ ਬਿਮਾਰੀ, ਆਪਣੀ ਪਰੇਸ਼ਾਨੀ, ਆਪਣੀ ਚਿੰਤਾ ਦੀ, ਤੂੰ ਕਿਸੇ ਵੀ ਤਰ੍ਹਾਂ ਦੀ ਚਿੰਤਾ। ਇਹ ਡਾਇਲੌਗ ਕਦੋਂ ਦਾ? ਹਾਂ ਰੁਕੇ ਭਾਜੀ। ਪਲੂਸ ਨਾਲ ਜਦੋਂ ਪਰਮੇਸ਼ਰ ਨੇ ਗੱਲ ਕੀਤੀ, ਕਿੰਨਾ ਸਮਾਂ ਹੋ ਗਿਆ? 2000 ਸਾਲ ਹੋ ਗਏ ਨਾ, ਲਗਭਗ ਕਿੰਨੇ ਸਾਲ ਹੋ ਗਏ ਨੇ? ਤੇ ਅੱਜ ਤੋਂ 2000 ਸਾਲ ਪਹਿਲਾਂ ਕਹਿੰਦਾ ਸੀ ਕਿ ਤੇਰਾ ਜੀਵਨ ਐਸਾ ਹੋਣਾ ਚਾਹੀਦਾ, ਤੇ ਅੱਜ ਜੇ 2000 ਸਾਲ ਪਹਿਲਾਂ ਪਲੂਸ ਨੂੰ ਕਹਿੰਦਾ ਤੈਨੂੰ ਇੰਨੀ ਜ਼ਰੂਰਤ ਆ, ਤੇ ਸਾਨੂੰ ਉਹਦੇ ਨਾਲੋਂ ਵੱਧ ਕੇ ਕਿੰਨੀ ਜ਼ਰੂਰਤ ਹੋਣੀ ਚਾਹੀਦੀ ਆ? ਕਦੀ ਇਸ ਚੀਜ਼ ਨੂੰ ਸਮਝਿਆ ਤੁਸੀਂ? ਪਰ ਮੇਰੇ ਪਿਆਰਿਓ, ਪਰਮੇਸ਼ਰ ਦੀ ਕਿਰਪਾ ਇਹ ਸਭ ਗੱਲਾਂ ਅੱਗੇ ਤੁਹਾਨੂੰ ਸਿਖਾ ਦੇਵੇਗੀ। ਹਾਲੇਲੂਇਆ। ਤਾਂ ਹੀ ਕਹਿੰਦਾ ਤੈਨੂੰ ਕਿਸੇ ਹੋਰ ਚੀਜ਼ ਦੀ ਜ਼ਰੂਰਤ ਨਹੀਂ ਆ, ਤੈਨੂੰ ਕਿਹਦੀ ਲੋੜ ਆ? ਬੋਲੋ ਜੀ, ਤੁਹਾਨੂੰ ਕਿਹਦੀ ਲੋੜ ਆ? ਹੁਣ ਪੜ੍ਹੀਏ ਜੀ, 11 ਤੱਕ 14 ਤੱਕ ਪੜ੍ਹ ਦਿਓ। ਅਤੇ ਸਾਨੂੰ ਤਾੜਨਾ ਦਿੰਦੀ ਹੈ ਭਈ ਅਸੀਂ ਅਭਗਤੀ ਅਤੇ ਸੰਸਾਰੀ ਵਿਸ਼ਿਆਂ ਤੋਂ ਮਨ ਫੇਰ ਕੇ ਇਸ ਵਰਤਮਾਨ ਯੁੱਗ ਵਿੱਚ ਸੁਰਤ, ਇਸ ਵਰਤਮਾਨ ਯੁੱਗ ਦੇ ਵਿੱਚ ਸੁਰਤ ਸੰਭਾਲੀਏ, ਧਰਮ ਅਤੇ ਭਗਤੀ ਨਾਲ ਉਮਰ ਬਤੀਤ ਕਰੀਏ, ਭਗਤੀ ਨਾਲ ਉਮਰ ਬਤੀਤ ਕਰੀਏ, ਅਤੇ ਉਸ ਸ਼ੁਭ ਆਸ ਦੀ ਅਤੇ ਆਪਣੇ ਮਹਾ ਪਰਮੇਸ਼ਰ ਅਤੇ ਮੁਕਤੀ ਦਾਤਾ ਯਿਸੂ ਮਸੀਹ ਦੇ ਤੇਜ ਦੇ ਪ੍ਰਗਟ ਹੋਣ ਦੀ ਉਡੀਕ ਰੱਖੀਏ। ਹਾਲੇਲੂਇਆ। ਕਹਿੰਦਾ ਅਸੀਂ ਉਸ ਸ਼ੁਭ ਆਸ ਦੀ
ਤੇ ਆਪਣੇ ਮਹਾਪਰਮੇਸ਼ਰ ਕਿਉਂ ਲਿਖਿਆ ਗਿਆ ਉਹਨੂੰ ਇਸ ਜਗ੍ਹਾ ਤੇ? ਕਿਉਂਕਿ ਜਦੋਂ ਉਹ ਪਹਿਲਾਂ ਆਇਆ ਸੀ, ਇਨਸਾਨ ਬਣ ਕੇ ਆਇਆ ਸੀ, ਉਦੋਂ ਅਸੀਂ ਉਹਨੂੰ ਇੱਕ ਐਸੇ ਰੂਪ, ਐਸੀ ਦਸ਼ਾ 'ਚ ਵੇਖਿਆ ਜੋ ਸਾਨੂੰ ਇੰਪ੍ਰੈਸ ਨਹੀਂ ਕਰਦੀ ਹੋਵੇਗੀ। ਸ਼ਾਇਦ ਅਸੀਂ ਉਹਨੂੰ ਕੈਸਾ ਦੇਖਿਆ? ਉਹ ਮਨੁੱਖਾਂ ਵੱਲੋਂ ਤਿਆਗਾ, ਦੁੱਖਾਂ ਦਾ ਜਾਣੂ, ਪਰਮੇਸ਼ਰ ਤਬ ਤੋਂ ਅਲੱਗ, ਆਪਣੇ ਆਪ ਨੂੰ ਸਖਣਾ ਕੀਤਾ ਹੋਇਆ ਨੇ। ਇੱਕ ਗੱਧੇ ਦੇ ਬੱਚੇ ਤੇ ਬੈਠ ਕੇ ਆ ਗਿਆ, ਲੱਕ 'ਚ ਇੱਕ ਘਟਣ ਵਾਲੀ ਕੀ ਖਾਦੇ, ਸਿਰ ਤੇ ਕੰਡਿਆਂ ਦਾ ਤਾਜ ਪਹਿਨਾਇਆ, ਹੱਥਾਂ ਪੈਰਾਂ 'ਚ ਕੀ ਠੁਕਾਏ, ਇੱਕ ਨਿਮਾਣੇ ਵਿਚਾਰੇ, ਇੱਕ ਗਰੀਬ ਦੀ ਤਰ੍ਹਾਂ ਕਿੱਥੇ ਟੰਗਿਆ ਹੋਇਆ ਆ। ਪਰ ਜਿੱਦਣ ਉਹ ਆਏਗਾ ਉਧਰ ਮਹਾਪ੍ਰਭੂ ਬਣ ਕੇ ਆਏਗਾ, ਪ੍ਰਭੂਆਂ ਦਾ ਪ੍ਰਭੂ ਬਣ ਕੇ ਆਏਗਾ। ਐਸਾ ਜਲਾਲ ਉਹਦੇ ਤੇ ਹੋਏਗਾ ਜਿਹੜਾ ਕਦੀ ਹੋਇਆ ਹੀ ਨਹੀਂ। ਇਸ ਕਾਰਨ ਉਹਨੂੰ ਕਿਹਾ ਆਪਣੇ ਮਹਾਪ੍ਰਭੂ ਨੂੰ ਉਡੀਕੀ। ਤੂੰ ਇਹ ਨਾ ਸੋਚੀ ਉਹ ਜਿਹੜੀਆਂ ਘਰ 'ਚ ਤੇਰੀਆਂ ਫੋਟੋਆਂ ਲੱਗੀਆਂ ਨੇ, ਇੱਕ ਨਿਮਾਣਾ ਜਿਹਾ ਲੰਮੇ ਜਿਹੇ ਵਾਲ ਰੱਖੇ, ਆਪਣਾ ਦਿਲ ਪਾੜ ਕੇ ਵਿਖਾ ਰਿਹਾ, ਕਦੀ ਕਿਸੇ ਦੀ ਫੋਟੋ, ਕਦੀ ਕਿਸੇ, ਉਹਨੇ ਥੋੜੀ ਆਉਣਾ। ਉਹ ਤੇ ਪਤਾ ਨਹੀਂ ਕਿਹਦੀ ਫੋਟੋ ਭਾਈ, ਕਿ ਗਲਤ ਫਹਿਮੀ 'ਚ ਨਾ ਰਹੋ। ਉਹ ਪ੍ਰਭੂ ਯਿਸੂ ਮਸੀਹ ਦੀ ਫੋਟੋ ਨਹੀਂ ਆ। ਉਹਨੇ ਸਖਤ ਮਨਾ ਕੀਤਾ ਸੀ, ਨਾ ਮੇਰੀ ਕੋ ਮੂਰਤ ਬਣਾਏ, ਨਾ ਮੇਰੀ ਕੋ ਕੀ ਬਣਾਣੀ, ਸੂਰਤ ਬਣਾਈ। ਮੈਂ ਵੈਸਾ ਨਹੀਂ ਆ, ਮੈਂ ਸਲੀਬ ਤੇ ਟੰਗਿਆ ਗਿਆ ਸੀ, ਮੈਂ ਮਰ ਗਿਆ ਸੀ, ਪਰ ਹੁਣ ਮੈਂ ਜਿਉਂਦਾ ਹਾਂ। ਮੌਤ ਤੇ ਪਤਾਲ ਦੀਆਂ ਚਾਬੀਆਂ ਹੁਣ ਮੇਰੇ ਕੋਲ ਨੇ। ਜਿੱਧਰ ਮੈਂ ਆਵਾਂਗਾ ਤੁਹਾਨੂੰ ਆਪਣੇ ਨਾਲ ਲੈ ਜਾਵਾਂਗਾ। ਕਿਹਨੂੰ ਉਡੀਕਦੇ ਤੁਸੀਂ? ਉਹ ਮਹਾਪ੍ਰਭੂ ਆਉਣ ਵਾਲਾ ਹੈ, ਜਿਹਨੂੰ ਵੇਖਦਿਆਂ ਸਾਰੀ ਤੁਸੀਂ ਵੀ ਬਦਲ ਜਾਓਗੇ। ਹਾਲੇਲੂਇਆ। ਕਿਰਪਾ ਇਹ ਸਿਖਾਏਗੀ। ਪੜੋ ਜੀ, ਦੁਬਾਰਾ ਪੜੋ। ਅਤੇ ਉਸ ਸ਼ੁਭ ਆਸ ਦੀ ਅਤੇ ਆਪਣੇ ਮਹਾਪਰਮੇਸ਼ਵਰ ਅਤੇ ਮੁਕਤੀਦਾਤਾ ਯਿਸੂ ਮਸੀਹ ਦੇ ਤੇਜ ਦੇ ਪ੍ਰਗਟ ਹੋਣ ਦੀ ਉਡੀਕ ਰੱਖੀਏ। ਹਾਂ, ਜਿਨੇ ਆਪਣੇ ਆਪ ਨੂੰ ਸਾਡੇ ਲਈ ਦੇ ਦਿੱਤਾ। ਜਿਹਨੇ ਆਪਣੇ ਆਪ ਨੂੰ ਉਦੋਂ ਸਾਡੇ ਲਈ ਕੀ ਕਰ ਦਿੱਤਾ ਸੀ, ਹੁਣ ਆਪਣੇ ਆਪ ਹੀ ਸਾਨੂੰ ਕੀ ਕਰੇਗਾ? ਲੈਣ ਲਈ ਆਏਗਾ ਇੱਕ ਦੁਲੇ ਦੇ ਰੂਪ ਦੇ ਵਿੱਚ, ਇੱਕ ਲਾੜੇ ਦੇ ਰੂਪ ਦੇ ਵਿੱਚ। ਉਦੋਂ ਨਿਤਾਣੇ ਦੇ ਰੂਪ 'ਚ ਆਇਆ, ਪਰ ਹੁਣ ਕਿਹੜੇ ਰੂਪ 'ਚ ਆ ਰਿਹਾ? ਹਾਲੇਲੂਇਆ। ਤੇ ਕੀ ਤੁਸੀਂ ਉਹਨੂੰ ਮਿਲਣ ਨੂੰ ਤਿਆਰ ਹੋ? ਬੋਲੋ ਜੀ, ਮਿਲਣ ਨੂੰ ਤਿਆਰ ਹੋ ਤੁਸੀਂ? ਮਿਲਣ ਨੂੰ ਤਿਆਰ ਹੋ ਤੇ ਸਭ ਤੋਂ ਪਹਿਲਾਂ ਆਪਣੀ ਤਿਆਰੀ ਪੂਰੀ ਕਰਨੀ ਪੈਣੀ ਆ। ਔਰ ਇਹ ਜੋ ਆਤਮਿਕ ਆਸ਼ੀਸ਼ਾਂ ਨੇ, ਇਹਨਾਂ ਆਤਮਿਕ ਆਸ਼ਾਂ ਦਾ ਭਾਗੀ ਬਣਨਾ ਪੈਣਾ। ਅੱਜ ਆਖਰ 'ਚ ਪਰਮੇਸ਼ਰ ਨੇ ਸਿਖਾਇਆ, ਉਹਦਾ ਫਜ਼ਲ ਚਾਹੀਦਾ ਸਾਨੂੰ, ਉਹਦੀ ਕਿਰਪਾ ਚਾਹੀਦੀ, ਜਿਹੜੀ ਸਾਨੂੰ ਤਾੜ ਨਾ ਦੇਵੇ, ਸਾਨੂੰ ਸਭ ਤੋਂ ਪਹਿਲਾਂ ਭਗਤੀ ਕਰਨਾ ਸਿਖਾਵੇ, ਫਿਰ ਸੰਸਾਰਿਕ ਵਿਸ਼ਿਆਂ ਤੋਂ ਮਨ ਫੇਰਨਾ ਸਿਖਾਏ। ਕਿੱਧਰ ਚੱਲ ਪਿਆ ਤੂੰ? ਜੋ ਸੰਸਾਰ ਚਾਹੁੰਦਾ ਉਹ ਕਰਨਾ ਤੂੰ, ਜੋ ਸੰਸਾਰ ਕਰ ਰਿਹਾ ਉਹ ਕਰਨਾ ਤੂੰ। ਅੱਜ ਮੇਰੇ ਪਿਆਰਿਓ, ਮਸੀਹਤ ਦੇ ਵਿੱਚ ਸੰਸਾਰ ਕੁਸ ਚੁੱਕਿਆ। ਅਸੀਂ ਵੀ ਸੰਸਾਰ ਦੀ ਤਰ੍ਹਾਂ ਹੀ ਚੱਲਣਾ ਸ਼ੁਰੂ ਕਰ ਦਿੱਤਾ ਹੈ, ਪਰ ਸਾਡੀ ਚਾਲ, ਸਾਡੀ ਢਾਲ ਸਵਰਗ ਵਰਗੀ ਮਾਲੂਮ ਹੋਵੇ ਮੇਰੇ ਪਿਆਰਿਓ, ਕਿਉਂਕਿ ਅਸੀਂ ਕਿੱਥੋਂ ਦੇ ਹਾਂ। ਇਹ ਕਿਰਪਾ ਕਰੇਗੀ, ਇਹ ਫਜ਼ਲ ਉਹਦਾ ਅਨੁਗ੍ਰਹਿ ਕੇ ਸਿਖਾਏਗਾ ਕਿਸ ਤਰ੍ਹਾਂ ਭਗਤੀ ਕਰਨੀ ਆ, ਕਿਸ ਤਰ੍ਹਾਂ ਚੱਲਣਾ ਆ, ਤੇ ਕਿਸ ਤਰ੍ਹਾਂ ਇਸ ਯੁੱਗ ਦੇ ਵਿੱਚ ਧਰਮ ਸੁਰਤ ਤੇ ਭਗਤੀ ਦੇ ਨਾਲ ਉਮਰ ਕੀ ਕਰਨੀ ਆ। ਉਮਰ ਬਤੀਤ ਕਰਨ ਦੀ ਮਤਲਬ ਸਾਰੀ ਉਮਰ ਦੇ ਆਖਰੀ ਦਿਨ ਤੱਕ ਤੂੰ ਸੁਰਤ 'ਚ ਰਵੀਂ, ਭਗਤੀ ਕਰਦਾ ਰਵੀਂ ਤੇ ਸੰਸਾਰਿਕ ਵਿਸ਼ਿਆਂ ਤੋਂ ਕੀ ਰਵੀਂ। ਮਰਨ ਦੇ ਦਿਨ ਤੱਕ ਆਪਣੇ ਮੁਕਤੀਦਾਤੇ ਉਸ ਮਹਾਪ੍ਰਭੂ ਨੂੰ ਤੇਜ ਵਿੱਚ ਪ੍ਰਗਟ ਹੋਣ ਦਿਆਂ ਆਉਣ ਤੱਕ ਤੂੰ ਡੀਕਦਾ ਰਵੀਂ। ਇੱਕ ਦਿਨ ਉਹਨੂੰ ਦੇਖੇਗਾ ਤੇ ਇੱਕ ਦਿਨ ਉਹਨੂੰ ਮਿਲੇਗਾ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਤੇ ਹੁਣ ਬੋਲੋ ਜੀ, ਕਿਰਪਾ ਚਾਹੀਦੀ ਆ? ਕਿੱਥੋਂ ਪੜਨਾ ਆ ਗਏ ਨੇ ਤੁਹਾਨੂੰ? ਗਲ ਮੇ ਫੜ ਲੈਣਾ, ਆ ਜਾ, ਸਿੱਧਾ ਹੋ ਜਾ, ਤੂੰ ਹੀ ਫਿਰਨਾ। ਤੈਨੂੰ ਪਹਿਲਾਂ ਭਗਤ ਬਣਾਉਣਾ ਉਹਨੇ, ਫਿਰ ਤੇਰਾ ਸੰਸਾਰਕ ਵਿਸ਼ਿਆਂ ਤੋਂ ਕੀ ਕਰਨਾ, ਫਿਰ ਤੈਨੂੰ ਉਸ ਮਹਾਪ੍ਰਭੂ ਦੀ ਉਡੀਕ ਲਈ ਉਹਨੇ ਤਿਆਰ ਵੀ ਕਰਨਾ। ਉਹ ਆਏਗਾ, ਤੈਨੂੰ ਆਪਣੇ ਨਾਲ ਕੀ ਕਰੇਗਾ। ਹਾਲੇਲੂਇਆ। ਤੋ ਪ੍ਰਾਰਥਨਾ ਕਰੀਏ ਥੋੜੀ ਦੇਰ ਜੀ। ਮੇਰੀ ਰੂਹ ਜਿਉਂਦੇ ਯਹੋਵਾ ਦੀ ਪ੍ਰਸੰਨ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਹਾਲੇਲੂਇਆ। ਉਹਦਾ ਫਜ਼ਲ ਚਾਹੀਦਾ, ਉਹਦੇ ਫਜ਼ਲ ਤੋਂ ਬਿਨਾਂ ਕੁਛ ਨਹੀਂ।
ਸਾਡੀ ਰੂਹ ਹੁਣ ਸੰਸਾਰਿਕ ਵਿਸ਼ਿਆਂ ਦੇ ਪਿਆਸੀਆਂ ਹੋ ਗਈ। ਸਾਡੀ ਰੂਹ ਹੁਣ ਸਾਡੇ ਯਹੋਵਾ ਦੀ ਹਾਲੇਲੂਇਆ। ਆਵਾਜ਼ ਮੇਰੀ ਰੂਹ ਜਿਉਂਦੇ ਯਹੋਵਾ प्यासी है, प्यासी है। जिदी रूह प्यासी ना खड़ा हो जावे, जिन्हें फजल चाहिए खड़ा हो जावे। मेरी रूह जिਉਂਦੇ यहोवा ਲਈ प्यासी है, प्यासी है। मैं कदा उसनूं मिलांगा, मैं कदा उसनूं ਵੇਖਾਂਗਾ। ਪਵਿੱਤਰ ਆਤਮਾ ਕਹਿੰਦਾ ਤੁਸੀਂ ਅੱਜ ਹੀ ਦੇਖੋਗੇ, ਤੁਸੀਂ ਅੱਜ ਹੀ ਉਹਨੂੰ ਮਿਲੋਗੇ। ਬਸ ਆਪਣੇ ਦਿਲਾਂ ਨੂੰ ਨਰਮ ਕਰੋ, ਆਪਣੇ ਦਿਲਾਂ ਨੂੰ ਦੀਨ ਕਰੋ। ਅੱਜ ਜੋ ਵੀ ਪਰਮੇਸ਼ਰ ਨੇ ਇਸ ਜਗ੍ਹਾ ਤੇ ਤੁਹਾਡੇ ਨਾਲ ਗੱਲਾਂ ਕੀਤੀਆਂ ਨੇ ਉਹਨਾਂ ਨੂੰ ਨਰਮਾਈ ਨਾਲ ਕਬੂਲ ਕਰੋ। ਇਹਨਾਂ ਆਤਮਿਕ ਆਸ਼ਾ ਦੇ ਪਿੱਛੇ ਪਾਓ। ਪਿਤਾ ਮੈਨੂੰ ਸਰੀਰਕ ਆਸ਼ੀਸ਼ ਨਹੀਂ, ਮੈਨੂੰ ਆਤਮਿਕ ਆਸ਼ੀਸ਼ ਚਾਹੀਦੀ ਆ। ਮੈਂ ਤੇ ਹੀ ਉਡੀਕਦਾ, ਮੈਂ ਕਿਦੋਂ ਤੈਨੂੰ ਮਿਲਾਂਗਾ, ਮੈਂ ਕਿਦੋਂ ਤੈਨੂੰ ਬਦਲਾ ਦੇਉਣੇ ਦੇਖਾਂਗਾ। ਮੈਂ ਕਦੋਂ ਉਸਨੂੰ ਮਿਲਾਂਗਾ, ਮੈਂ ਕਦੋਂ ਉਸਨੂੰ ਵੇਖਾਂਗਾ। ਮੈਂ ਕਦੋਂ ਉਸਨੂੰ ਮਿਲਾਂਗਾ, ਮੈਂ ਕਦੋਂ ਉਸਨੂੰ ਵੇਖਾਂਗਾ। ਮੇਰੀ प्यासी है, प्यासी है, ਜਿਹਦੇ ਵਿੱਚ ਸੰਸਾਰ ਦਾ ਨਾਮ ਇਹ ਸ਼ਬਦ ਸੀ, ਇਹਦੇ ਵਿੱਚ ਕੋਈ ਲਾਲਚ ਨਹੀਂ ਸੀ ਕਿ ਤੁਹਾਨੂੰ ਤੁਹਾਡੀ ਬਿਮਾਰੀਆਂ ਦਾ ਚੰਗੇ ਹੋਣ ਦਾ ਲਾਲਚ ਆਏਗਾ, ਤੁਹਾਨੂੰ ਤੁਹਾਡੇ ਸਰੀਰਕ ਮਨੁੱਖਤਾ ਦਾ ਲਾਲਚ ਆਏਗਾ। ਇਹਦੇ ਤੇ ਸਿਰਫ ਸਵਰਗ ਦੀ ਤਿਆਰੀ ਦੀਆਂ ਗੱਲਾਂ ਕੀਤੀਆਂ। ਇਹ ਪਾਣੀ ਵਾਲੇ ਕਹਿੰਦੇ ਹੋ ਹਾਲੇਲੂਇਆ। ਜਿਵੇਂ ਹੀ ਦਿਨੇ ਨੂੰ ਵਗਦੀਆਂ ਤਾਰਾਂ ਦੀ ਪਾਣੀ ਪਿਆਸ ਲੱਗਦੀ ਹੈ, ਪਾਣੀ ਪਿਆਸ ਲੱਗਦੀ ਹੈ। ਮੇਰੀ ਯਹੋਵਾ ਮੇਰੀ ਰੂਹ ਨੂੰ ਤੇਰੀ ਪਿਆਸ ਲੱਗਦੀ ਹੈ, ਮੇਰੀ ਪਿਆਸ ਲੱਗਦੀ ਹੈ। ਇੰਜ ਤੇਰੀ ਪਿਆਸ ਲੱਗਦੀ ਹੈ, ਆਈ ਤੇਰੀ ਪਿਆਸ ਲੱਗਦੀ ਹੈ।
ਜਿਹੜੇ ਨੀਵੇਂ ਵੱਡੇ ਜਿਹੜੇ ਘਮੰਡ ਦਾ ਮਰਨਾ ਨਾ ਬਣਾ ਦੇ ਜੋ ਨਰਮਾਈ ਦੇ ਨਾਲ ਅੱਜ ਇਸ ਹਿੰਦੂ ਦੇ ਵਚਨ ਨੂੰ ਕੀ ਕਰਨਗੇ ਕਹਿੰਦਾ ਮੈਨੂੰ ਸਰਕਾਰੀ ਬਾਦਸ਼ਾਹ ਨਹੀਂ ਚਾਹੀਦਾ ਮੈਨੂੰ ਸਰਕਾਰੀ ਦੌਲਤਾਂ ਨਹੀਂ ਚਾਹੀਦੀਆਂ ਮੈਨੂੰ ਤੇਰੀ ਕਿਰਪਾ ਚਾਹੀਦੀ ਆ ਮੇਰਾ ਫਜ਼ਲ ਚਾਹੀਦਾ ਅੱਜ ਮੇਰੇ ਤੇ ਬਰਦਾਸ਼ਤ ਦਾ ਲੁੱਟੇ ਦੇ ਸੱਚ ਵਾਲਾ ਰੋਏ ਆਓ ਤੇਰੇ ਭਰਦਾ ਹੈ ਰੋਏ ਆਓ ਤੇਰੇ ਭਰਦਾ ਹੈ ਜਿੰਦਾ ਫਜ਼ਲ ਹੈ ਬੇਵਸ ਸੱਚ ਵਾਲਾ ਰੋਣੀ में आओ ते बरसदा है रोनी में आओ ते बरसदा है जोनी 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 में आओ ते बरसदा पिता आज मैं गुलाम बनने को तैयार हां बोलो आज मैं गुलाम बनने को तैयार हां आज मैं तेरे वचन की चुगली को तैयार हां मैं गुलाम बनूंगा सदा बनूंगा मैं तेरे वचन बनूंगा जो तेरे वचन को मोही करूंगा कि ओदे फजल को कोई नहीं रोक सकता ओदा फजल है बेवस सच वाला जोनी में आओ ते बरसदा है जोनी में आओ ते बरसदा है ओ फजल है बेवस सच वाला रोए आओ ते बरसदा है रोए आओ ते बरसदा है ਜਿਵੇਂ ਹਿਰਨ ਨੂੰ ਵਗਦੀਆਂ ਤਾਰਾਂ ਦੀ ਪਾਣੀ ਦੀ ਪਿਆਸ ਲੱਗਦੀ ਏ ਇੰਜ ਮੇਰੇ ਯਾਰਾ ਮੇਰੀ ਰੂਹ ਨੂੰ ਤੇਰੀ ਪਿਆਸ ਲੱਗਦੀ ਏ
ਮੇਰੇ ਪਿਆਰਿਓ, ਅੱਜ ਇਸ ਮੌਕੇ ਇਸ ਪਿਆਸ ਦੇ ਨਾਲ ਇਸ ਜਗ੍ਹਾ ਤੋਂ ਵਾਪਸ ਜਾਣਾ ਸੱਚਮੁੱਚ ਇਹ ਬੰਦਗੀ ਸਾਡੇ ਆਤਮਿਕ ਜੀਵਨਾਂ ਦੇ ਲਈ ਪਿਆਸ ਨੂੰ ਬੁਝਾਉਣ ਦਾ ਵਸੀਲਾ ਬਣਾ। ਅਸੀਂ ਸਤੁਤੀ ਕੀਤੀ, ਵਡਿਆਈ ਕੀਤੀ ਔਰ ਸਭ ਤੋਂ ਵੱਧ ਕੇ ਉਹਦੇ ਵਚਨਾਂ ਨੂੰ ਵੀ ਸੁਣਿਆ। तो आइए सब अपने स्थानों पर बैठ जाइए। मैं वचना की प्रार्थना करनी जा रहा मैं बुलावांगा परमेश्वर दास। ਇਹ ਸਭ ਜਨ ਅਸੀਂ ਆਪਣੇ ਅੱਖਾਂ ਨੂੰ ਬੰਦ ਕਰਾਂਗੇ ਔਰ ਪ੍ਰਾਰਥਨਾ ਦੀ ਹਾਲਤ ਵਿੱਚ ਚੱਲਾਂਗੇ ਔਰ ਸੱਚਮੁੱਚ ਬਹੁਤ ਹੀ ਸੋਹਣੇ ਔਰ ਵਧੀਆ ਤਰੀਕੇ ਦੇ ਨਾਲ ਖੁਦਾ ਦੇ ਦਾਸ ਨੇ ਵਚਨਾਂ ਦੇ ਵਿੱਚੋਂ ਸਾਨੂੰ ਸਮਝ ਆਇਆ। ਸੋ ਸੱਚਮੁੱਚ ਇਹਨਾਂ ਵਚਨਾਂ ਨੂੰ ਅਸੀਂ ਆਪਣੇ ਹਿਰਦਿਆਂ ਦੇ ਵਿੱਚ ਜਮ੍ਹਾਂ ਰੱਖਣਾ ਆ ਔਰ ਸੱਚਮੁੱਚ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਚੱਲਣਾ ਹੈ। ਅੱਖਾਂ ਨੂੰ ਬੰਦ ਕਰਾਂਗੇ, ਅੱਜ ਦੇ ਵਚਨ ਦੇ ਲਈ ਪ੍ਰਾਰਥਨਾ ਕਰਾਂਗੇ। ਜੋ ਵਚਨ ਖੁਦਾ ਦੇ ਦਾਸ ਨੇ ਦਿੱਤਾ ਹੈ ਸਾਡੇ ਦਿਲਾਂ ਦੇ ਵਿੱਚ, ਸਾਡੇ ਜੀਵਨ ਦੇ ਵਿੱਚ ਇੱਕ ਵੱਡੀ ਗਵਾਹੀ ਨੂੰ ਪੈਦਾ ਕਰੇ ਯੀਸ਼ੂ ਦੇ ਨਾਮ 'ਚ। खुदावन प्रभु यीशु, मैं तेरा धन्यवाद करदा मेरे प्रभु जी अज दे सुंदर समय दे लई तुसी अपने खादम नाल अपने लोकां दे नाल मिलाया। मेरे परमेश्वर, मैं प्रार्थना करदा खुदावन जिस परिवार दे द्वारा मेरे प्रभु जी अज दी इस मीटिंग का इंतजाम किया गया, सारे अरेंज नूं प्रभु मैं तुहाडे सामर्थ्य हत्थां 'च दे देना। ये परिवार, ये घराना, ये लोग मेरे परमेश्वर तुहाडे कोलों बहुत सारी आशीष नूं पाउण और खुदावन सचमुच तेरे मार्गां दे उत्ते चलन। और मेरे खुदावन, मैं प्रार्थना करदा हर एक जन नूं जिन्हें जगह ते मौजूद ने मेरे परमेश्वर अज दी इबादत दे द्वारा, अज दे वचनां दे द्वारा मेरे परमेश्वर इन्हां नूं बहुत सारी आशीष मिले। दया करो, किरपा करो मेरे प्रभु जी एक घराने दे उत्ते, इस मिनिस्ट्री दे उत्ते प्रभु यीशु मसीह दे सामर्थ्य और जलाली नाम दे विच मंग लेने आ, आमीन। हालेलुया। तो मैं चाहुंदा ये थोड़ा मूड तुहाडे वाल नूं करन, उधर तुसीं अपने मूंह कर लओ। पर हुण जिस चीज़ की जरूरत है होया परमेश्वर दे फैसले, जिहड़ा अंत दे दिनां दे विच इन्हां नूं चितारे अभगती नूं छड्ड के, संसारक विषयां नूं छड्ड के इस वर्तमान युग दे विच किस तरह अपने जीवन नूं जीना, वो आत्मा इन्हां नूं आके सिखाएगा। कि तुसी हुण इधर मूंह कर लो, पर हुण सब तो वध के तुहानूं परमेश्वर दे फजल दी, परमेश्वर दे किरपा दी की जरूरत है। मंदे इहदे वास्ते फिर तुहानूं दिलां दे नाल मनां दे नाल और परमेश्वर दी बाणी दे अगे झुकण वाले जो मनां दा दीन हुंदा, जो मनां दा नरम हुंदा है, जो परमेश्वर दे बाणी नूं, परमेश्वर दे कम्मां नूं पहल दिंदा है, ਉਹਦੇ ਉੱਤੇ ਉਹਦਾ ਫਜ਼ਲ ਵਰਸਦਾ ਉਹਦੇ ਲਈ ਉਹ ਮਿਸਤਰੀ ਹੁੰਦਾ ਸਵਰਗ ਤੋਂ ਜਿਹੜਾ ਨੂੰ ਸਵਰਗ ਲਈ ਕੀ ਕਰਦਾ। ਔਰ ਇੱਕ ਗੱਲ ਹੋਰ ਮੈਂ ਕਹਿਣਾ ਚਾਹਾਂਗਾ, ਇਸ ਪਰਿਵਾਰ ਦੀ ਤਮੰਨਾ ਆ ਕਿ ਇਹ ਪ੍ਰੋਗਰਾਮ ਹਰ ਸਾਲ ਇਸੇ ਤਰ੍ਹਾਂ ਚੱਲਣਾ ਚਾਹੀਦਾ। ਇਹ ਪਹਿਲੀ ਕਨਵੈਨਸ਼ਨ ਸੀ, ਪਰ ਹਰ ਸਾਲ ਪਿੰਡ ਠੀਕਰੀਵਾਲ ਦੇ ਵਿੱਚ ਇਸੇ ਤਰ੍ਹਾਂ ਦੀ ਇਹਨਾਂ ਦਿਨਾਂ ਦੇ ਵਿੱਚ ਹੀ ਕੀ ਹੋਵੇ ਕਨਵੈਨਸ਼ਨ। पर मैं चाहांगा तुसीं मेरे नाल प्रार्थना करना, अपने दिलां दे हत्थ रख के, पिता असीं अपने दिलां नूं तेरे अगे नरम करदे आ। एक घमंड दी गल ना होवे कि असीं ना खर्च करके ये मीटिंग नूं कीता, पिता तू दित्ता सी, इन्हां ने ला दित्ता, तेरा नाम की होवे। पर गां तो अपने दिलां नूं नरम कर दे, तेरे वचन नूं अपने जीवन च हर गलती नूं दूर करदे होए अभगती नूं दूर करन, भगत बनन। इस वर्तमान युग दे विच किस तरह चलना पिता, उस चीज़ याद रख। प्रार्थना करिए सब। हालेलुया, धन्यवाद। ओदा फज़ल है बेहद सच वाला, जो नी में आउते बरसदा है। अपने घुटने पे बैठ जाओ।
तेरे की चुप होन दे अपने फजल की बारिश तेरा फजल इन्हां दे उपर आए जिन्हां नूं स्वर्ग लई तैयार करे मेरे नाल गा मेरी रूह जिउंदे यहोवा लई प्यासी है हुण इन्हां दे लई प्रार्थना सी हुण तुहाडे मैं सारे दी करांगा आ बैरीकेड क्यों लाए गए क्यों पार्टीशन की गई ਇਹਦਾ ਹੁਣ ਇੱਕ ਕੰਮ ਆਵੇਗਾ ਹੁਣ ਜਿਹੜਾ ਵੀ ਫਜ਼ਲ ਨੂੰ ਚਾਹੁੰਦਾ ਜਿਹੜਾ ਕਹਿੰਦਾ ਮੈਨੂੰ ਹੁਣ ਫਜ਼ਲ ਚਾਹੀਦਾ ਉਹ ਇਸ ਬੈਰੀਕੇਡ ਨੂੰ ਪਾਰ ਕਰਕੇ ਦੇ ਜਾਏ ਵਰਦਾ ਹੈ ਉਹਦਾ ਫਜ਼ਲ ਹੈ ਬੇਹੱਦ ਸੱਚ ਵਾਲਾ ਜੋ ਨੀਵਿਆਂ ਉੱਤੇ बरसदा है जो नीवियां उत्ते मेरे पिता आज तेरे बच्चे मेरे अगे नीवे हो गए जगह पे आ गए इन्हां नूं अज महसूस हो गया इस अंत दे समय दे विच इस वर्तमान युग दे विच मैनूं किसी होर शय दी लोड़ नहीं मैनूं तेरे फजल दी लोड़ है पिता फजल हम दे मेरी रूह
इस जगह से मीटिंग कराना अखा खोल के देखो इन्होंने सारे मेरी आशीष का कारण बनया ਤੁਹਾਡਾ ਖਰਚ स्वर्ग ਵਿੱਚ ਕਬੂਲ ਕਰ ਲਿਆ ਗਿਆ ਤੁਹਾਡੀ ਮਿਹਨਤ स्वर्ग ਚ ਕਬੂਲ ਕਰ ਲਈ ਗਈ ਤੁਹਾਡੇ ਕੀਤੇ ਖਰਚ ਦੁਆਰਾ ਇੰਨੇ ਲੋਕਾਂ ਨੇ ਮੰਨ ਲਿਆ ਹੁਣ ਮੈਂ ਜਿਉਂਦੇ ਯਹੋਵਾ ਦਾ ਪਿਆਸਾ ਹਾਂ ਹੁਣ ਮੈਂ ਸੰਸਾਰਿਕ ਚੀਜ਼ਾਂ ਦਾ ਨਹੀਂ ਮੁਰਦੇ ਗੱਲਾਂ ਦਾ ਨਹੀਂ ਮੁਰਦੇ ਕੰਮਾਂ ਦਾ ਨਹੀਂ ਨਾਸ਼ਵਾਨ ਚੀਜ਼ਾਂ ਦਾ ਨਹੀਂ ਅਵਿਨਾਸ਼ੀ ਔਰ ਜਿਉਂਦੇ ਯਹੋਵਾ ਦਾ ਪਿਆਸਾ ਦੇਖਿਆ ਜਿਹੜਾ ਉਹਨੂੰ ਭਾਰ ਆਇਆ ਉਹਨੂੰ ਉਹ ਮਿਲ ਵੀ ਜਾਂਦਾ ਅੱਜ ਇੰਨਿਆਂ ਲੋਕਾਂ ਨੇ ਪਿਤਾ ਤੈਨੂੰ ਭਾਲਣ ਦੀ ਕੋਸ਼ਿਸ਼ ਕੀਤੀ ਤੈਨੂੰ ਮਿਲਣ ਦੀ ਕੋਸ਼ਿਸ਼ ਕੀਤੀ ਇੰਨਿਆਂ ਨੇ ਤੇਰੇ ਅੱਗੇ ਝੁਕੇ ਨੇ ਸਾਨੂੰ ਵਿਸ਼ਵਾਸ ਹੈ ਜਲਦ ਤੇਰੀ ਕਿਰਪਾ ਇਹਨਾਂ ਦੇ ਉੱਤੇ ਹੋਵੇਗੀ ਜਲਦ ਤੇਰੀ ਕਿਰਪਾ ਨੂੰ ਮਹਿਸੂਸ ਕਰਨਗੇ ਹਾਲੇਲੂਇਆ ਹਾਲੇਲੂਆ ਹਾਲੇਲੂਆ ਸਭ ਜਨ ਬੈਠੇ ਰਹੀਏ ਪ੍ਰਾਰਥਨਾ ਕਰਕੇ ਜੀ ਸਭਾ ਨੂੰ ਸਮਾਪਤ ਕਰਾਂਗੇ ਬੈਠ ਜਾਓ ਇਹ ਜੋ ਤੁਸੀਂ ਆਤਮਿਕ ਆਸ਼ੀਸ਼ ਪਾਈ ਹੈ ਮੇਰੇ ਪਿਆਰਿਓ ਇਸੇ ਮਾਹੌਲ ਦੇ ਵਿੱਚ ਵਾਪਸ ਜਾਣਾ ਇਸੇ ਮਾਹੌਲ ਨੂੰ ਲੈ ਕੇ ਆਪਣੇ ਘਰ ਚ ਜਾਣਾ ਇਹੀ ਤਮੰਨਾ ਇਹੀ ਆਸ਼ੀਸ਼ ਇਹੀ ਜਲਾਲ ਔਰ ਇਹੀ ਕਾਮਨਾ ਤੁਹਾਡੇ ਨਾਲ ਮੈਂ ਹੁਣ ਹੋਰ ਕਿਸੇ ਚੀਜ਼ ਦਾ ਪਿਆਸਾ ਨਹੀਂ ਮੈਂ ਜਿਉਂਦੇ ਯਹੋਵਾ ਦਾ ਪਿਆਸਾ ਤਾਂ ਇਹ ਸਭ ਜਨ ਆਪਣੇ ਸਿਰਾਂ ਨੂੰ ਝੁਕਾਵਾਂਗੇ ਪ੍ਰਾਰਥਨਾ ਸਰਵ ਸ਼ਕਤੀਮਾਨ ਦਇਆਲੂ ਪਿਤਾ ਅਸੀਂ ਤੁਹਾਡੇ ਧੰਨਵਾਦੀ ਹਾਂ ਇਸ ਸੁੰਦਰ ਔਰ ਅੱਛੇ ਸਮੇਂ ਦੇ ਲਈ ਜਦੋਂ ਕਿ ਅੱਜ ਤੇਰੇ ਲੋਕ ਇਸ ਘਰ ਦੇ ਸੱਦੇ ਦੇ ਉੱਪਰ ਇਸ ਜਗ੍ਹਾ ਤੇ ਇਕੱਠੇ ਹੋਏ ਪਿਤਾ ਤੂੰ ਕਿਰਪਾ ਕੀਤੀ ਇਹ ਸਾਰੇ ਇੰਤਜ਼ਾਮ ਨੂੰ ਆਪਣੇ ਹੱਥਾਂ 'ਚ ਲਿਆ ਇੱਕ ਇੱਕ ਗੱਲ ਨੂੰ ਤੂੰ ਆਪਣੇ ਹੱਥਾਂ 'ਚ ਲਿਆ ਪਿਤਾ ਸਭ ਗੱਲਾਂ ਦੀ ਤੇਰਾ ਧੰਨਵਾਦ ਕਰਦਾ ਹਾਂ ਔਰ ਪਿਤਾ ਪਰਮੇਸ਼ਰ ਅੱਜ ਦੇ ਗੀਤ ਭਜਨ ਜੋ ਵੀ ਅਸੀਂ ਗਾਏ ਪਿਤਾ ਉਹ ਕਿਸੇ ਦੀ ਕਲਾਕਾਰੀ ਨੂੰ ਨੁਕਸਾਨ ਦਾ ਕਾਰਨ ਨਹੀਂ ਸੀ ਕੋਈ ਗਾਇਕੀ ਦਿਖਾਉਣ ਦਾ ਕਾਰਨ ਨਹੀਂ ਸੀ ਸਿਰਫ ਡਰਦੇ ਤੇ ਕੰਮ ਦੇ ਤੇਰੀ ਸਤੁਤੀ ਕਰਨ ਦਾ ਵਸੀਲਾ ਸੀ ਹਾਲੇਲੂਇਆ ਸਾਡੀ ਆਰਾਧਨਾ ਤੁਹਾਨੂੰ ਤੁਹਾਡੇ ਤੀਸਰੇ ਸਵਰ ਪਿਤਾ ਸੁਖਨ ਦੇ ਤੂਤ ਦੀ ਤਰ੍ਹਾਂ ਕਬੂਲ ਹੋਵੇ ਔਰ ਅੱਜ ਦੇ ਵਚਨ ਦੁਆਰਾ ਤੁਸੀਂ ਸਾਡੇ ਇੱਕ ਨਾਲ ਬੋਲੇ ਔਰ ਗੱਲਬਾਤ ਵੀ ਕੀਤੀ ਪਿਤਾ ਹੁਣ ਦੇ ਕਾਇਦਾ ਵਚਨ ਤੇਰੇ ਬੱਚਿਆਂ ਦੇ ਜੀਵਨ 'ਚ ਉੱਗੇ ਵਧੇ ਔਰ 100 ਗੁਣਾ ਫਲ ਲੈ ਕੇ ਆਏ ਇਹਨਾਂ ਨੂੰ ਪਤਾ ਲੱਗੇ ਕਿ ਇਸ ਵਰਤਮਾਨ ਯੁੱਗ ਦੇ ਵਿੱਚ ਜੀਣਾ ਕਿਸ ਤਰ੍ਹਾਂ ਆ ਕਿਸ ਤਰ੍ਹਾਂ ਇਸ ਵਰਤਮਾਨ ਯੁੱਗ ਦੇ ਵਿੱਚ ਸੁਰਤ ਸੰਭਾਲ ਕੇ ਚੱਲਣਾ ਆ ਬੇਸੁਰਤਿਆਂ ਵਾਂਗੂ ਨਹੀਂ ਸੁੱਤਿਆਂ ਵਾਂਗੂ ਨਹੀਂ ਜਾਗਦਿਆਂ ਹੋਇਆ ਕਿਉਂਕਿ ਸਾਡਾ ਪ੍ਰਭੂ ਆਉਣ ਵਾਲਾ ਹੈ ਹਾਲੇਲੂਇਆ ਪਿਤਾ ਹੁਣ ਦੇ ਇਹ ਵਚਨ ਤੇਰੇ ਬੱਚਿਆਂ ਦੇ ਜੀਵਨ 'ਚ ਉੱਗਣ ਵਧਣ ਔਰ 100 ਗੁਣਾ ਫਲ ਲੈ ਕੇ ਆਉਣ ਮੇਰੇ ਪਿਤਾ ਧੰਨਵਾਦੀਆਂ ਇੱਕ ਇੱਕ ਗੱਲ ਨੂੰ ਆਪਣੇ ਹੱਥਾਂ 'ਚ ਲਿਆ ਬਾਕੀ ਵੀ ਤੇਰੇ ਸਾਰੇ ਬੱਚੇ ਦੀ ਪ੍ਰਾਰਥਨਾ ਕਰਨਾ ਜਿਸ ਸਮੇਂ ਤੇਰੇ ਸਾਹਮਣੇ ਸਿਰ ਝੁਕਾ ਕੇ ਬੈਠੇ ਨੇ ਇੱਕ ਇੱਕ ਨੂੰ ਆਸ਼ੀਸ਼ ਦੇਈ ਬਰਕਤ ਦੇਈ ਤੇਰੀ ਕਿਰਪਾ ਤੇਰਾ ਅਨੁਗ੍ਰਹਿ ਹਮੇਸ਼ਾ ਤੇਰੇ ਨਾਲ ਬੱਚਿਆਂ ਦੇ ਨਾਲ ਬਣਿਆ ਰਵੇ ਧੰਨਵਾਦੀਆਂ ਸਾਡੀ ਪ੍ਰਾਰਥਨਾ ਨੂੰ ਸੁਣਿਆ ਕਬੂਲ ਕੀਤਾ ਤੁਹਾਡੇ ਬੇਟੇ ਆਪਣੇ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਮੰਗਦੇ ਹਾਂ ਆਮੀਨ ਹੁਣ ਸਾਡੇ ਪਿਤਾ ਦਾ ਪਿਆਰ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੇ ਪਵਿੱਤਰ ਆਤਮਾ ਦੀ ਸੰਗਤੀ ਹੁਣ ਤੋਂ ਲੈ ਕੇ ਜਦ ਤੱਕ ਸਾਡਾ ਪ੍ਰਭੂ ਬਦਲਾਂ ਤੇ ਨਾ ਆਏ ਸਾਡੇ ਸਾਰਿਆਂ ਦੇ ਨਾਲ ਰਹੇ ਆਮੀਨ ਹਾਲੇਲੂਇਆ 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 ਮਾਰਾਨਾਥਾ ਮਾਰਾਨਾਥਾ ਪ੍ਰਭੂ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਦੇਵੇ और खाना सारे लिए तैयार किया गया आ किसी ने भी खाने खान तो बिना नहीं जाना और प्रभु के दास जिन्हें भी प्रभु के दास आए ने मैनू मिलन तो बिना नहीं जाना सब तुम 2 मिनट बैठे रहिए तो प्रभु का सारे आशीष दे खाना खाओ अपने घर जाओ पर ये जो अज समर्पण किया ये जो अज असीं कमिटमेंट की हमेशा सानू याद रहे मुर्दियां चीज़ां की भाल नहीं हुण जिउंदे हवा की भाल में चलना हालेलुया